Welcome to you this lesson, and in this lesson today we shall discuss about the needs of children. ਜਦੋਂ ਮੈਸਲੋ ਨੇ ਆਪਣੀ ਹਾਇਰਾਰਕੀ ਪੇਸ਼ ਕੀਤੀ ਤਾਂ ਉਹਨਾਂ ਨੇ ਸਭ ਤੋਂ ਨੀਚੇ ਜੋ ਬੇਸਿਕ ਨੀਡ ਰੱਖੀਆਂ ਉਹ ਫਿਜ਼ੀਓਲੋਜੀਕਲ ਨੀਡ ਸੀ, ਜਿਨ੍ਹਾਂ ਦਾ ਸੰਬੰਧ ਸਾਡੀ ਬੋਡੀ ਨਾਲ ਹੈ, ਰਾਈਟ। ਸੋ ਜਦੋਂ ਆਪਾਂ ਗੱਲ ਕਰਦੇ ਹਾਂ ਆਕਸੀਜਨ ਦੀ ਲੋੜ ਹੋਣਾ, ਸਲੀਪ ਦੀ ਲੋੜ ਹੋਣਾ, ਨੀਂਦ ਪੂਰੀ ਹੋਣਾ, ਇਹ ਸਾਡੀਆਂ ਬੇਸਿਕ ਲੋੜਾਂ ਨੇ ਜਿਨ੍ਹਾਂ ਦਾ ਸਿੱਧਾ ਸੰਬੰਧ ਸਾਡੇ ਸਰੀਰ ਨਾਲ ਹੈ। ਤਾਂ ਮੈਸਲੋ ਦੇ ਮੁਤਾਬਿਕ ਇਹ ਤੁਹਾਡੀ ਸਭ ਤੋਂ ਜ਼ਿਆਦਾ ਬੇਸਿਕ ਲੋੜ ਹੈ। ਜਦ ਤੱਕ ਤੁਹਾਡੀਆਂ ਇਹ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਤੁਸੀਂ ਨੈਕਸਟ ਲੈਵਲ ਤੱਕ ਮੂਵ ਨਹੀਂ ਕਰਦੇ। ਸੋ ਹਰ ਇੱਕ ਇਨਸਾਨ ਪਹਿਲਾਂ ਇੱਕ ਬੇਸਿਕ ਕੰਮ ਕਰਦਾ ਆਪਣੀ ਲਾਈਫ ਵਿੱਚ, ਜਾਂ ਬੇਸਿਕਲੀ ਜਿੰਨਾ ਵੀ ਉਹ ਐਕਟੀਵਿਟੀਜ਼ ਕਰਦਾ ਆਪਣੀ ਲਾਈਫ ਦੀਆਂ, ਉਹ ਇੱਕੋ ਚੀਜ਼ ਵੱਲ ਟਾਰਗੇਟਡ ਹੁੰਦੀਆਂ ਨੇ ਕਿ ਉਹਦੀਆਂ ਫਿਜ਼ੀਓਲੋਜੀਕਲ ਲੋੜਾਂ ਪੂਰੀਆਂ ਹੋਣ, ਜਿਹੜੀਆਂ ਕਿ ਉਸਦੀ ਬੋਡੀ ਦੀ ਨਾਲ ਸੰਬੰਧਿਤ ਨੇ। ਸੋ ਬੇਸਿਕਲੀ ਇਹਨਾਂ ਨੀਡਸ ਦੇ ਵਿੱਚ ਵੀ ਡਿਫਰੈਂਟ ਲੈਵਲਸ ਨੇ, ਫਰਸਟ ਲੈਵਲ, ਸੈਕੰਡ ਲੈਵਲ, ਥਰਡ ਲੈਵਲ, ਫੋਰਥ ਲੈਵਲਸ ਆਫ ਨੀਡ। ਬਟ ਦੈਨ ਅਸੀਂ ਸਭ ਤੋਂ ਪਹਿਲਾ ਐਫਰਟ ਇਹਨਾਂ ਲੋੜਾਂ ਨੂੰ ਪੂਰਾ ਕਰਨ ਲਈ ਕਰਦੇ ਹਾਂ। ਜਿਵੇਂ ਜੇ ਤੁਸੀਂ ਦੇਖੋਗੇ ਤਾਂ ਇਹ ਹਾਇਰਾਰਕੀ ਇੱਕ ਟ੍ਰਾਇੰਗਲ ਦੇ ਰੂਪ ਵਿੱਚ ਪੇਸ਼ ਕੀਤੀ ਗਈ ਹੈ, ਜਿਹਦਾ ਨੀਚੇ ਵਾਲਾ ਬੇਸ ਬਹੁਤ ਬ੍ਰੌਡ ਹੈ। ਬ੍ਰੌਡ ਬੇਸ ਦਾ ਮਤਲਬ ਹੈ ਕਿ ਬਹੁਤ ਜ਼ਿਆਦਾ ਲੋਕ ਨੇ ਜਿਨ੍ਹਾਂ ਦੀਆਂ ਇਹ ਲੋੜਾਂ ਪੂਰੀਆਂ ਹੁੰਦੀਆਂ ਨੇ। ਮੋਸਟ ਆਫ ਦਾ ਪੋਪੂਲੇਸ਼ਨ ਇਸ ਲੈਵਲ ਤੇ ਆਪਣੀ ਇਸ ਲੋੜ ਨੂੰ ਪੂਰਾ ਕਰਦੀ ਹੈ। ਵੰਸ ਤੁਹਾਡੇ ਕੋਲ ਇਹ ਲੋੜ ਪੂਰੀ ਕਰਨ ਦੇ ਸਾਧਨ ਹੈ, ਸਰੋਤ ਹੈ, ਤੁਹਾਨੂੰ ਰੱਜ ਕੇ ਖਾਣਾ ਮਿਲਦਾ ਹੈ, ਤੁਹਾਡੇ ਕੋਲ ਰਹਿਣ ਲਈ ਘਰ ਵੀ ਹੈ, ਤਾਂ ਤੁਸੀਂ ਸੈਕਿੰਡ ਲੈਵਲ ਤੇ ਮੂਵ ਕਰਦੇ ਹੋ, ਵਿਚ ਇਜ਼ ਨੀਡ ਆਫ ਸੇਫਟੀ। ਆਪਣੇ ਬੈਂਕ ਦੇ ਵਿੱਚ ਬੈਂਕ ਬੈਲੈਂਸ ਰੱਖਣਾ, ਜੇ ਮੈਂ ਬਿਮਾਰ ਹੋ ਜਾ ਤਾਂ ਮੈਂ ਆਪਣਾ ਇਲਾਜ ਕਿਵੇਂ ਕਰਾਊਂਗਾ। ਤੁਸੀਂ LIC ਦੀ ਕੋਈ ਪਾਲਿਸੀ ਖਰੀਦਦੇ ਹੋ, ਤੁਸੀਂ ਇੰਸ਼ੋਰੈਂਸਿਸ ਲੈਂਦੇ ਹੋ, ਲਾਈਫ ਇੰਸ਼ੋਰੈਂਸਿਸ ਲੈਂਦੇ ਹੋ, ਆਪਣੀ ਸੇਫਟੀ ਲਈ ਲੈਂਦੇ ਹੋ, ਆਪਣੇ ਫਿਊਚਰ ਦੀ ਸੇਫਟੀ ਲਈ ਲੈਂਦੇ ਹੋ। ਦੈਟ ਇਜ਼ ਦੀ ਸੈਕਿੰਡ ਲੈਵਲਸ ਆਫ ਨੀਡ, ਜਿਹਦੇ ਵਿੱਚ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਕਰਨ ਦੀ ਗੱਲ ਕਰਦੇ ਹਾਂ, ਸੇਫ ਇਨਵਾਇਰਮੈਂਟ ਦੀ ਗੱਲ ਕਰਦੇ ਹਾਂ। ਅਸੀਂ ਪੇੜ ਪੌਦੇ ਲਾਉਂਦੇ ਹਾਂ ਵੀ ਸਾਡੇ ਆਲੇ ਦੁਆਲੇ ਦਾ ਜਿਹੜਾ ਇਨਵਾਇਰਮੈਂਟ ਹੈ ਉਹ ਸੁਰੱਖਿਅਤ ਹੋਵੇ। ਅਸੀਂ ਬਾਉਂਡਰੀ ਵਾਲਸ ਬਣਾਉਂਦੇ ਹਾਂ ਆਪਣੇ ਘਰ ਦੇ, ਗੇਟਡ ਸੁਸਾਇਟੀਜ਼ ਕਰਦੇ ਹਾਂ, ਸਿਕਿਉਰਿਟੀ ਗਾਰਡ ਹਾਇਰ ਕਰਦੇ ਹਾਂ। ਦੈਟ ਇਜ਼ ਦੀ ਸੈਕਿੰਡ ਲੈਵਲ, ਜਿੱਥੇ ਅਸੀਂ ਆਪਣੇ ਆਪ ਨੂੰ ਇੱਕ ਸੁਰੱਖਿਅਤ ਮਾਹੌਲ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਪੋਪੂਲੇਸ਼ਨ ਦੇ ਵਿੱਚ ਕੰਪੈਰੀਜ਼ਨ ਟੂ ਫਿਜ਼ੀਓਲੋਜੀਕਲ ਘੱਟ ਜਨਸੰਖਿਆ ਵਿੱਚ ਲੋਕ ਨੇ ਜਿਨ੍ਹਾਂ ਦੀਆਂ ਸੇਫਟੀ ਨੀਡਸ ਪੂਰੀਆਂ ਹੁੰਦੀਆਂ ਨੇ। ਵੰਸ ਤੁਹਾਡੀਆਂ ਇਹ ਦੋਨੋਂ ਲੋੜਾਂ ਪੂਰੀਆਂ ਨੇ, ਤੁਹਾਡੇ ਕੋਲ ਸਾਧਨ ਹੈ, ਫਿਜ਼ੀਓਲੋਜੀਕਲ ਲੋੜ ਵੀ ਪੂਰੀ ਹੈ ਤੇ ਸੇਫਟੀ ਦੀ ਲੋੜ ਵੀ ਪੂਰੀ ਹੈ, ਦੈਨ ਥਰਡ ਲੈਵਲ ਤੇ ਅਸੀਂ ਮੂਵ ਕਰਦੇ ਹਾਂ, ਵਿਚ ਇਜ਼ ਦੀ ਨੀਡ ਆਫ ਲਵ ਐਂਡ ਬਿਲੋਂਗਿੰਗਨੈਸ। ਕਿ ਇਹ ਸਾਡੀ ਸੋਸ਼ਲ ਨੀਡ ਹੈ, ਸਮਾਜ ਨਾਲ ਸੰਬੰਧਿਤ ਆ, ਸੋਸ਼ਲ ਨੀਡ ਹੈ, ਕਿਉਂਕਿ ਅਸੀਂ ਇੱਕ ਸਮਾਜਿਕ ਪ੍ਰਾਣੀ ਹਾਂ, ਸਮਾਜ ਵਿੱਚ ਰਹਿੰਦੇ ਹਾਂ। ਸਮਾਜ ਵਿੱਚ ਰਹਿੰਦੇ ਹੋਏ ਜ਼ਰੂਰੀ ਹੈ ਕਿ ਸਾਡੀ ਸਮਾਜ ਵਿੱਚ ਅਸੀਂ ਇੱਕ ਦੂਜੇ ਨਾਲ ਲਗਾਵ ਰੱਖੀਏ, ਮੇਰਾ ਸਮਾਜ ਵਿੱਚ ਕੋਈ ਅਸਤਿਤਵ ਹੋਵੇ, ਮੇਰੀ ਸਮਾਜਿਕ ਪਹਿਚਾਣ ਹੋਵੇ, ਮੇਰੀ ਸਮਾਜ ਵਿੱਚ ਜੋ ਅਸੀਂ ਗੱਲ ਕਰੀਏ ਉਸ ਗੱਲ ਦੀ ਵੈਲਿਊ ਹੋਵੇ। ਸੋ ਉਹ ਨੀਡ ਹੈ ਸਾਡੀ ਲਵ ਐਂਡ ਬਿਲੋਂਗਿੰਗਨੈਸ ਦੀ ਨੀਡ। ਓਬਵੀਅਸਲੀ ਉਦੋਂ ਹੀ ਜਦੋਂ ਤੁਹਾਡੇ ਕੋਲ ਤੁਹਾਡੀਆਂ ਫਰਸਟ ਟੂ ਲੈਵਲ, ਲੋ ਲੈਵਲ ਆਫ ਨੀਡਸ ਪੂਰੀਆਂ ਨੇ, ਦੈਨ ਯੂ ਮੂਵ ਟੂ ਦੀ ਥਰਡ ਲੈਵਲ। ਵੰਸ ਇਹ ਤਿੰਨੋਂ ਲੈਵਲ ਪੂਰੇ ਹੋ ਜਾਂਦੇ ਨੇ, ਕਾਫੀ ਲੋਕ ਨੇ ਜੋ ਇਹ 3 ਲੈਵਲ ਪੂਰੇ ਕਰ ਲੈਂਦੇ ਨੇ, ਬਟ ਬਹੁਤ ਥੋੜੇ ਲੋਕ ਨੇ ਜੋ ਟੌਪ 2 ਲੈਵਲਸ ਤੇ ਪਹੁੰਚਦੇ ਨੇ। ਫੋਰਥ ਲੈਵਲ ਇਜ਼ ਸੈਲਫ ਐਸਟੀਮ। Now, what do you mean by self-esteem? Everyone has some strengths and weaknesses. ਜਦੋਂ ਸਾਨੂੰ ਆਪਣੀਆਂ ਕਮਜ਼ੋਰੀਆਂ ਤੇ ਤਾਕਤਾਂ ਪਤਾ ਹੈ, ਉਹਨਾਂ ਕਮਜ਼ੋਰੀਆਂ ਤੇ ਤਾਕਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਦੋਂ ਅਸੀਂ ਆਪਣੀ ਪਹਿਚਾਣ ਬਣਾਉਂਦੇ ਹਾਂ ਐਂਡ ਐਕਸਪੈਕਟ ਕਰਦੇ ਹਾਂ ਕਿ ਮੇਰੀ ਉਸ ਪਹਿਚਾਣ ਦੀ ਇੱਜ਼ਤ ਕੀਤੀ ਜਾਵੇ, ਮੇਰੀ ਇੱਕ ਸੈਲਫ ਆਈਡੈਂਟਿਟੀ ਹੋਵੇ, ਮੇਰੀ ਕਹੀ ਗੱਲ ਦਾ ਮੁੱਲ ਹੋਵੇ, ਮੇਰੀ ਕਹੀ ਗੱਲ ਲੋਕ ਸੁਣਨ, that is related to your self-esteem। ਜਿੱਥੇ ਤੁਸੀਂ ਆਪਣੇ ਆਪ ਨੂੰ ਕਿ ਤੁਹਾਡੀ ਇਮੇਜ ਕੀ ਹੈ, ਤੁਸੀਂ ਆਪਣੇ ਆਪ ਬਾਰੇ ਕਿੰਨੇ ਕੌਨਫੀਡੈਂਟ ਹੋ, ਤੁਸੀਂ ਆਪਣੀ ਸ਼ਖਸੀਅਤ ਨੂੰ ਕਿਸ ਰੂਪ ਵਿੱਚ ਦੇਖਦੇ ਹੋ, that is self-esteem। and last is the highest level, ਜੋ ਸੰਤ ਮਹਾਤਮਾ ਮੋਸਟਲੀ ਇਸ ਲੈਵਲ ਤੱਕ ਪਹੁੰਚਦੇ ਨੇ, ਸੈਲਫ ਐਕਚੁਅਲਾਈਜੇਸ਼ਨ। ਜਦੋਂ ਸਾਨੂੰ ਆਪਣੀ ਜ਼ਿੰਦਗੀ ਦਾ ਅਸਲ ਏਮ ਪਤਾ ਲੱਗਦਾ ਹੈ, ਜਿਵੇਂ ਅਸੀਂ ਆਮ ਤੌਰ ਤੇ ਸੁਣਦੇ ਹਾਂ ਕਿ ਸਭ ਮੋਹ ਹੈ ਜਾਂ ਮਾਇਆ ਹੈ, ਪੈਸੇ ਪਿੱਛੇ ਭੱਜਣ ਦੀ ਲੋੜ ਨਹੀਂ, ਮਨੁੱਖੀ ਰਿਸ਼ਤੇ ਜ਼ਿਆਦਾ ਜ਼ਰੂਰੀ ਨੇ, ਖੁਸ਼ੀ ਜ਼ਿਆਦਾ ਜ਼ਰੂਰੀ ਹੈ, ਇਸ ਚੀਜ਼ ਦਾ ਅਹਿਸਾਸ ਹੋਣਾ ਇਸ ਸੈਲਫ ਐਕਚੁਅਲਾਈਜੇਸ਼ਨ। ਜਦੋਂ ਸਾਨੂੰ ਆਪਣੀ ਜ਼ਿੰਦਗੀ ਦਾ ਅਸਲੀ ਮੰਤਵ ਪਤਾ ਲੱਗਦਾ, ਅਸਲੀ ਮਕਸਦ ਪਤਾ ਲੱਗਦਾ, then we move to self actualization। and ਬਹੁਤ ਥੋੜੇ ਲੋਕ ਹੈ ਜੋ ਇਸ ਲੈਵਲ ਤੱਕ ਪਹੁੰਚਦੇ ਹੈ, because once you reach self actualization ਤੁਸੀਂ ਕਾਫੀ ਹੱਦ ਤੇ ਬਹੁਤ ਸੈਟਿਸਫਾਈਡ ਰਹਿੰਦੇ ਹੋ ਆਪਣੀ ਲਾਈਫ ਤੋਂ। and ਇੱਥੇ ਤੱਕ ਜਿਹੜਾ ਪਹੁੰਚਣ ਦਾ ਸਫ਼ਰ ਹੈ ਉਹ population ਦੀ less number of people ਹੈ ਜੋ ਇਸਨੂੰ ਪੂਰਾ ਕਰਦੇ ਹੈ, right? so I hope the concept of needs is clear। now we will move to the specific needs of children। different levels ਤੇ ਕਿਹੜੀਆਂ ਕਿਹੜੀਆਂ ਉਹਨਾਂ ਦੀਆਂ ਮੁੱਖ ਲੋੜਾਂ ਨੇ ਤੇ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਡਿਵਾਈਡ ਕਰਦੇ, right? first of all we will take up the physiological
ਨੀਡਸ ਆਫ ਚਿਲਡਰਨ। ਜੇ ਅਸੀਂ ਫਿਜ਼ੀਓਲੋਜੀਕਲ ਨੀਡਸ ਦੀ ਗੱਲ ਕਰੀਏ ਤਾਂ ਮੁੱਖ ਤੌਰ ਤੇ ਅਸੀਂ 11 ਤਰ੍ਹਾਂ ਦੀਆਂ ਫਿਜ਼ੀਓਲੋਜੀਕਲ ਨੀਡਸ ਆਇਡੈਂਟੀਫਾਈ ਕਰ ਸਕਦੇ ਨੇ, ਜਿਨ੍ਹਾਂ ਦਾ ਸੰਬੰਧ ਘਰ ਨਾਲ ਹੋ ਸਕਦਾ ਹੈ, ਅਫੈਕਸ਼ਨ ਨਾਲ ਹੋ ਸਕਦਾ ਹੈ, ਸਹਾਨੁਭੂਤੀ ਸਨੇਹ ਨਾਲ ਹੋ ਸਕਦਾ ਹੈ, ਖਾਣ ਪੀਣ ਨਾਲ ਹੈ, ਹੈਲਥ ਨਾਲ ਹੈ, educational needs ਵੀ ਹੈ। then we have need of rest, play, independence, ਇੰਡੀਵਿਜੂਅਲ ਇੰਡੀਪੈਂਡੈਂਸ ਦੀ ਨੀਡ ਹੈ। ਇਹ ਸਾਰੀਆਂ ਲੋੜਾਂ ਜੋ ਸਾਨੂੰ ਮੂਵਮੈਂਟ ਦੀ ਲੋੜ, ਅਸੀਂ ਇੱਕੋ ਜਗ੍ਹਾ ਤੇ ਟਿਕ ਕੇ ਨਾ ਬੈਠੇ ਰਹੀਏ, ਜੋ ਲੋੜਾਂ ਸਾਡੇ ਸਰੀਰ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦੀਆਂ ਨੇ। ਪਹਿਲੇ 5 ਸਾਲਾਂ ਦੇ ਦੌਰਾਨ ਬੱਚੇ ਜਿਸ ਸਪੀਡ ਨਾਲ ਵੱਧਦੇ ਹੈ ਜਾਂ ਵਿਕਾਸ ਕਰਦੇ ਨੇ, ਉਹਦਾ ਉਹਨਾਂ ਦੇ ਆਉਣ ਵਾਲੇ ਜੀਵਨ ਤੇ ਬਹੁਤ ਵੱਡਾ ਪ੍ਰਭਾਵ ਹੈ, ਕਿਉਂਕਿ ਇਹ ਸ਼ੁਰੂਆਤੀ ਸਾਲ ਨੇ ਤੇ ਇਸੇ ਸ਼ੁਰੂਆਤੀ ਸਾਲ ਦੇ ਜੋ ਐਕਸਪੀਰੀਅੰਸਿਸ ਨੇ ਉਹ ਉਹਨਾਂ ਦੇ ਓਵਰਆਲ ਡਿਵੈਲਪਮੈਂਟ ਨੂੰ ਡਾਇਰੈਕਟਲੀ ਇਨਫਲੂਐਂਸ ਕਰਦੇ ਨੇ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਟਾਈਮ ਤੇ ਬੱਚੇ ਦੇ ਸਰੀਰ ਨੂੰ ਵਧਣ ਫੁੱਲਣ ਦੇ ਜਿਹੜੇ ਮੌਕੇ ਆ ਉਹ ਦਿੱਤੇ ਜਾਣ। ਵਨ ਬਾਏ ਵਨ ਆਪਾਂ ਇਹਨਾਂ ਨੀਡਸ ਨੂੰ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਅਫੈਕਸ਼ਨ ਦੀ। ਅਫੈਕਸ਼ਨ, ਦੇਖੋ ਅਫੈਕਸ਼ਨ ਦਾ ਲੈਵਲ ਹਰ ਕਿੱਥੇ ਆਏਗਾ। ਅਫੈਕਸ਼ਨ ਇੱਕ ਸਾਈਕੋਲੋਜੀਕਲ ਨੀਡ ਵੀ ਹੈ, ਮਨੋਵਿਗਿਆਨਕ ਲੋੜ ਵੀ ਹੈ, ਸਮਾਜਿਕ ਲੋੜ ਵੀ ਹੈ, ਪਰ ਅਸੀਂ ਜਿਸ ਲੋੜ ਵਿੱਚ ਉਸਨੂੰ ਗੱਲ ਕਰਾਂਗੇ ਉਸੇ ਢੰਗ ਨਾਲ ਉਸਦੀ ਗੱਲ ਕਰਾਂਗੇ। ਇੱਕ ਛੋਟਾ ਬੱਚਾ ਇਹ ਇੱਛਾ ਰੱਖਦਾ ਹੈ ਕਿ ਉਹਨੂੰ ਇੱਕ ਪਿਆਰ ਨਾਲ ਛੂਹਿਆ ਜਾਵੇ, ਉਹਨੂੰ ਪਿਆਰ ਦੇ ਨਾਲ ਵੇਖਿਆ ਜਾਵੇ। ਉਹ ਫਿਜ਼ੀਕਲ ਟੱਚ ਜਿਹੜਾ ਕਿ ਉਸਨੂੰ ਸਨੇਹ ਦੀ ਫੀਲਿੰਗ ਦਿੰਦਾ ਹੈ, ਉਹ ਉਸਦੇ ਮਾਨਸਿਕ, ਭਾਵਨਾਤਮਕ ਤੇ ਸਰੀਰਕ ਵਿਕਾਸ ਲਈ ਬਹੁਤ ਜ਼ਰੂਰੀ ਹੈ। ਜੇਕਰ ਬਚਪਨ ਵਿੱਚ ਬੱਚੇ ਨੂੰ ਦੁਤਕਾਰ ਮਿਲੇ ਜਾਂ ਉਸਨੂੰ ਇਸ ਤਰ੍ਹਾਂ ਦਾ ਮਹਿਸੂਸ ਹੋਵੇ ਕਿ ਉਸਨੂੰ ਅਫੈਕਸ਼ਨ ਨਹੀਂ ਮਿਲ ਰਿਹਾ, ਤਾਂ ਰਿਸਰਚ ਇਹ ਪ੍ਰੂਫ ਕਰਦੀ ਹੈ ਕਿ ਉਹ ਉਸਦੇ ਵਿੱਚ ਡਿਵੈਲਪਮੈਂਟਲ ਡਿਲੇਜ਼ ਦਾ ਕਾਰਨ ਬਣਦਾ ਹੈ। ਉਹ ਉਮਰ ਦੇ ਅਨੁਸਾਰ ਵਿਕਾਸ ਨਹੀਂ ਕਰ ਪਾ ਰਿਹਾ ਤੇ ਉਹਦੀ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਦਾ ਕਾਰਨ ਵੀ ਬਣਦਾ ਹੈ। ਸੋ ਬੱਚੇ ਨੂੰ ਜ਼ਰੂਰੀ ਹੈ ਕਿ ਉਹਦੇ ਸਰੀਰ ਨੂੰ ਸਹੀ ਤਰ੍ਹਾਂ ਵਧਣ ਫੁੱਲਣ ਲਈ ਜ਼ਰੂਰੀ ਹੈ ਕਿ ਸਰੀਰਕ ਸਨੇਹ ਤੇ ਪਿਆਰ ਮਿਲੇ। ਐਂਡ ਜਿਹੜੇ ਬੱਚੇ ਦੀ ਲੋੜੀਂਦਾ ਮਨੁੱਖੀ ਸੰਪਰਕ ਪ੍ਰਾਪਤ ਨਹੀਂ ਕਰ ਸਕਦੇ, ਉਹ ਅਕਸਰ ਵਧਣ ਫੁੱਲਣ ਵਿੱਚ ਅਸਫਲ ਰਹਿੰਦੇ ਹਨ ਅਤੇ ਵਿਕਾਸ ਸੰਬੰਧੀ ਦੇਰੀ ਤੇ ਸਿਹਤ ਸਮੱਸਿਆਵਾਂ ਤੋਂ ਪੀੜਤ ਹੁੰਦੇ ਹਨ। ਜਦੋਂ ਆਪਾਂ ਸੈਕਿੰਡ ਗੱਲ ਕਰਦੇ ਹਾਂ, ਉਹ ਰਿਲੇਟਡ ਹੈ ਨਿਊਟ੍ਰੀਸ਼ਨ ਨਾਲ, ਪੋਸ਼ਣ ਨਾਲ। ਹਰ ਬੱਚੇ ਦੀ ਇੱਕ ਮੁੱਢਲੀ ਲੋੜ ਹੈ ਕਿ ਉਸਨੂੰ ਜਿਹੜੀਆਂ ਆਪਣੇ ਬੇਸਿਕ ਐਲੀਮੈਂਟਸ ਹੈ ਫੂਡ ਦੇ, ਕਾਰਬੋਹਾਈਡਰੇਟਸ, ਵਿਟਾਮਿਨਸ, ਪ੍ਰੋਟੀਨਸ, ਫੈਟਸ, ਰਫੇਜ, ਵਿਟਾਮਿਨਸ, ਇਹ ਸਾਰੇ ਰਾਈਟ ਅਮਾਊਂਟ ਵਿੱਚ ਮਿਲਣ, ਉਹਨੂੰ ਬੈਲੈਂਸਡ ਡਾਈਟ ਮਿਲੇ, ਕਿਉਂਕਿ ਬੈਲੈਂਸ ਡਾਈਟ ਹੀ ਉਸਦੇ ਡਿਵੈਲਪਮੈਂਟ ਦਾ ਇੱਕ ਡਾਇਰੈਕਟ ਰੀਜ਼ਨ ਬਣ ਸਕਦੀ ਹੈ। ਸੋ ਜੀਨ ਤੇ ਵਾਤਾਵਰਨ ਤਾਂ ਬੱਚੇ ਦੇ ਹੈ ਹੀ ਹੈ ਜੋ ਉਸਦੀ ਡਿਵੈਲਪਮੈਂਟ ਨੂੰ ਇਫੈਕਟ ਕਰਦੇ ਹਨ, ਪਰ ਉਸਦੇ ਨਾਲ ਨਾਲ ਉਸਦੇ ਵਿਕਾਸ ਨੂੰ ਪੋਸ਼ਣ ਇੱਕ ਮਹੱਤਵਪੂਰਨ ਢੰਗ ਨਾਲ ਪ੍ਰਭਾਵਿਤ ਕਰਦਾ ਹੈ। ਤੇ ਜੇ ਅਸੀਂ ਸ਼ੁਰੂਆਤੀ ਸਾਲਾਂ ਵਿੱਚ ਬੱਚੇ ਨੂੰ ਬੈਲੈਂਸਡ ਡਾਈਟ ਨਹੀਂ ਦਿੰਦੇ ਤਾਂ ਉਹਦੀ ਸਿਹਤ ਤੇ ਅਕੈਡਮਿਕ ਦੋਨੋਂ ਪਰਫਾਰਮੈਂਸਿਸ ਹੈ ਜਿਹੜੀਆਂ ਉਹ ਇਫੈਕਟ ਹੁੰਦੀਆਂ ਨੇ। ਪੰਜਾਬ ਵਿੱਚ ਬਹੁਤ ਵੱਡੇ ਪੱਧਰ ਤੇ ਦੇਖਿਆ ਗਿਆ ਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਅਨੀਮੀਆ ਹੈ, ਖੂਨ ਦੀ ਕਮੀ ਹੈ ਜਾਂ ਫੋਲਿਕ ਐਸਿਡ ਦੀ ਕਮੀ ਹੈ। ਜਿਸ ਬੱਚੇ ਦੇ ਸਰੀਰ ਵਿੱਚ ਖੂਨ ਦੀ ਕਮੀ ਹੈ ਉਹ ਆਪਣੀ ਕਲਾਸ ਦੀ ਪੜ੍ਹਾਈ ਨੂੰ ਕੰਸਨਟ੍ਰੇਸ਼ਨ ਦੇ ਨਾਲ ਨਹੀਂ ਦੇਖ ਸਕਦਾ। ਹੁਣ ਖੂਨ ਦੀ ਕਮੀ ਕਿਉਂ ਹੋ ਜਾਂਦੀ ਹੈ? ਖੂਨ ਦੀ ਕਮੀ ਬੈਲੈਂਸ ਡਾਈਟ ਦੀ ਕਮੀ ਕਰਕੇ ਹੁੰਦੀ ਹੈ। ਸੋ ਜੇ ਅਸੀਂ ਪੌਸ਼ਟਿਕ ਖਾਣਾ ਬੱਚੇ ਨੂੰ ਨਹੀਂ ਦੇ ਰਹੇ ਤਾਂ ਡੈਫੀਨੇਟਲੀ ਉਹਦੇ ਵਿੱਚ ਖੂਨ ਦੀ ਕਮੀ ਰਹੇਗੀ, ਜੋ ਆਉਣ ਵਾਲੇ ਸਮੇਂ ਵਿੱਚ ਉਸਦੀ ਅਕੈਡਮਿਕ ਪਰਫਾਰਮੈਂਸ ਨੂੰ ਇਫੈਕਟ ਕਰੇਗੀ, ਰਾਈਟ। ਸੋ ਦਿਮਾਗ ਦੇ ਵਿਕਾਸ ਲਈ, ਬਿਹੇਵੀਅਰ ਲਈ ਬਹੁਤ ਜ਼ਰੂਰੀ ਹੈ ਕਿ ਬੱਚੇ ਨੂੰ ਬੈਲੈਂਸ ਡਾਈਟ ਦਿੱਤੀ ਜਾਏ। ਥਰਡ ਜੋ ਫਿਜ਼ੀਓਲੋਜੀਕਲ ਨੀਡ ਹੈ ਉਹ ਸੁਰੱਖਿਆ ਨਾਲ ਸੰਬੰਧਿਤ ਹੈ। ਹੁਣ ਛੋਟੇ ਬੱਚੇ ਨੂੰ ਆਪਣੇ ਆਪ ਨੂੰ ਸੁਰੱਖਿਅਤ ਕਰਨ ਦਾ ਉਹਨਾਂ ਕੈਪੇਬਿਲਿਟੀ ਉਸ ਵਿੱਚ ਨਹੀਂ ਹੁੰਦੀ। ਸੋ ਜੇ ਅਸੀਂ ਆਪਣੇ ਘਰ ਵਿੱਚ ਕੋਈ ਕੀਟਨਾਸ਼ਕ ਦਵਾਈ, ਰੀਸੈਂਟਲੀ ਖਬਰ ਸੀ ਜਿੱਥੇ ਬੱਚਿਆਂ ਨੂੰ ਬਹੁਤ ਪਿਆਸ ਲੱਗੀ ਤੇ ਉਹਨਾਂ ਨੇ ਕੀਟਨਾਸ਼ਕ ਦਵਾਈ ਪੀ ਲਈ, ਜਿਸ ਕਾਰਨ ਉਹਨਾਂ ਦੀ ਮੌਤ ਵੀ ਹੋ ਗਈ। ਬਟ ਬੱਚੇ ਨੂੰ ਕੀਟਨਾਸ਼ਕ ਦਵਾਈ ਮਿਲੀ ਕਿਵੇਂ? ਇਹਦਾ ਮਤਲਬ ਉਹਦੀ ਰੀਚ ਵਿੱਚ ਸੀਗੀ। ਸੋ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਬੱਚੇ ਨੂੰ ਆਲੇ ਦੁਆਲੇ ਜਿਹੜਾ ਮਾਹੌਲ ਆ ਉਹ ਇੰਨਾ ਸੁਰੱਖਿਅਤ ਦੇਈਏ ਕਿ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦਾ ਖਤਰਨਾਕ ਪਦਾਰਥ ਜੋ ਜ਼ਹਿਰੀਲਾ ਹੋ ਸਕਦਾ, ਬੱਚੇ ਦੀ ਜ਼ਿੰਦਗੀ ਲਈ ਨੈਗੇਟਿਵਲੀ ਇਫੈਕਟ ਕਰ ਸਕਦਾ, ਉਹਦੀ ਪਹੁੰਚ ਤੋਂ ਦੂਰ ਹੋਣ। ਇਲੈਕਟ੍ਰੀਕਲ ਪੁਆਇੰਟਸ ਘਰਾਂ ਵਿੱਚ ਕਵਰ ਕੀਤੇ ਹੋਏ ਹੋਣ। ਛੋਟੇ ਬੱਚਿਆਂ ਲਈ ਜੇ ਪੌੜੀਆਂ ਨੇ ਘਰ ਦੇ ਵਿੱਚ ਤਾਂ ਉਹ ਗੇਟ ਲੱਗੇ ਹੋਣ ਤਾਂ ਜੋ ਪੌੜੀਆਂ ਤੋਂ ਕਿਤੇ ਗਿਰ ਨਾ ਜਾਣ। ਸਵਿਮਿੰਗ ਪੂਲਸ ਹੈ ਤਾਂ ਉਹਨਾਂ ਦੀ ਪ੍ਰੋਪਰ ਬਾਉਂਡਰੀ ਕੀਤੀ ਹੋਣੀ ਚਾਹੀਦੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਡੇਂਜਰਸ ਜੋ ਥਿੰਗ ਹੈ ਉਹ ਬੱਚੇ ਦੀ ਰੀਚ ਵਿੱਚ ਨਹੀਂ ਹੋਣੀ ਚਾਹੀਦੀ। ਕਿਉਂ? ਕਿਉਂਕਿ ਬੱਚੇ ਦੇ ਸਰੀਰਕ ਵਿਕਾਸ ਲਈ ਜ਼ਰੂਰੀ ਹੈ ਕਿ ਉਹ ਖੇਡੇ, ਉਹ ਭੱਜੇ। ਐਂਡ ਜੇ ਉਸ ਖੇਡ ਦੇ ਸਮੇਂ ਜਾਂ ਉਸ ਮੂਵਮੈਂਟ ਦੇ ਸਮੇਂ ਉਸਦੇ ਆਲੇ ਦੁਆਲੇ ਦੀ ਜਿਹੜਾ ਇਨਵਾਇਰਮੈਂਟ ਆ ਉਹ ਸੇਫ ਨਹੀਂ ਹੈ ਤਾਂ ਓਬਵੀਅਸਲੀ ਉਹ ਬੱਚੇ ਦੀ ਡਿਵੈਲਪਮੈਂਟ ਨੂੰ ਨੈਗੇਟਿਵਲੀ ਇਫੈਕਟ ਕਰੇਗਾ। ਸੋ ਇਹ 3 ਫਰਸਟ ਬੇਸਿਕ ਨੀਡਸ ਹੈ, ਅਫੈਕਸ਼ਨ, ਨਿਊਟ੍ਰੀਸ਼ਨ ਐਂਡ ਸੇਫਟੀ। Moving to the next need which is related to health and care, ਸਿਹਤ ਤੇ ਸੰਭਾਲ ਨਾਲ ਸੰਬੰਧਿਤ।
ਹੁਣ ਛੋਟੇ ਬੱਚਿਆਂ ਨੂੰ ਜ਼ਰੂਰੀ ਹੈ ਕਿ ਉਹਨਾਂ ਦੇ ਸ਼ੁਰੂਆਤੀ ਸਾਲਾਂ ਦੇ ਵਿੱਚ ਉਸਦੀ ਮੁੱਢਲੀ ਜਿਹੜੀ ਦੇਖਭਾਲ ਉਹ ਕੀਤੀ ਜਾਵੇ। ਡਾਕਟਰ ਕੋਲ ਰੈਗੂਲਰ ਚੈੱਕਅਪਸ ਲਈ ਬੱਚੇ ਨੂੰ ਲੈ ਕੇ ਜਾਇਆ ਜਾਵੇ, ਦੰਦਾਂ ਦੇ ਡਾਕਟਰ ਕੋਲ ਲੈ ਕੇ ਜਾਇਆ ਜਾਵੇ, ਅੱਖਾਂ ਦੇ ਡਾਕਟਰ ਕੋਲ ਲੈ ਕੇ ਜਾਇਆ ਜਾਵੇ ਤੇ ਕੰਨਾਂ ਦੇ ਡਾਕਟਰ ਕੋਲ ਲੈ ਕੇ ਜਾਇਆ ਜਾਵੇ। ਇਹ ਤਿੰਨ ਚੀਜ਼ਾਂ ਦੀਆਂ ਜੋ ਪ੍ਰੋਬਲਮਸ ਨੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਜਾਵੇ। ਇਮਿਊਨਾਈਜੇਸ਼ਨ ਕਰਵਾਈ ਜਾਵੇ, ਟੀਕਾਕਰਨ ਕਰਵਾਇਆ ਜਾਵੇ ਐਂਡ ਉਹ ਰੈਗੂਲਰ ਟਾਈਮਸ ਤੇ ਕਰਵਾਇਆ ਜਾਵੇ। ਉਸਦੇ ਨਾਲ ਨਾਲ ਪੀਣ ਲਈ ਸਾਫ਼ ਪਾਣੀ ਮਿਲਣਾ, ਸੇਫ ਇਨਵਾਇਰਨਮੈਂਟ ਅਤੇ ਸਾਫ਼ ਹਵਾ ਦਾ ਹੋਣਾ ਵੀ ਬੱਚੇ ਦੇ ਲਈ ਬਹੁਤ ਜ਼ਰੂਰੀ ਹੈ। ਹਰ ਪਿੰਡ ਵਿੱਚ ਜ਼ਰੂਰੀ ਹੈ ਕਿ ਇੱਕ ਨਰਸ ਦੀ ਅਪੁਆਇੰਟਮੈਂਟ ਕੀਤੀ ਜਾਵੇ ਜੋ ਬੱਚੇ ਨੂੰ ਰੈਗੂਲਰਲੀ ਚੈੱਕਅਪ ਦਿੰਦਾ ਰਵੇ, ਕਰਦੀ ਰਵੇ ਉਸਦੀ। ਐਂਡ ਜੇ ਕਿਸੇ ਬੱਚੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਰੀਰਕ ਡਿਫੈਕਟ ਹੈ ਜਾਂ ਵਿਜ਼ੂਅਲ ਡਿਫੈਕਟ ਹੈ ਜਾਂ ਕਿਸੇ ਤਰ੍ਹਾਂ ਦਾ ਆਡੀਟਰੀ ਡਿਫੈਕਟ ਹੈ, ਸੁਣਨ ਵਿੱਚ ਕੋਈ ਕਮੀ ਹੈ, ਤੇ ਜੇ ਉਹ ਉਮਰ ਦੇ ਅਰਲੀ ਪੜਾਅ ਵਿੱਚ ਪਹਿਚਾਨੀ ਜਾਂਦੀ ਹੈ ਤਾਂ ਉਹਦਾ ਇਲਾਜ ਕਰਨਾ ਸਾਡੇ ਲਈ ਆਸਾਨ ਹੋ ਜਾਂਦਾ ਹੈ। ਇਸ ਲਈ ਵੀ ਜ਼ਰੂਰੀ ਹੈ ਕਿ ਬੱਚੇ ਦੀ ਸਿਹਤ ਵੱਲ ਧਿਆਨ ਹੈ ਜਿਹੜਾ ਉਹ ਦਿੱਤਾ ਜਾਵੇ। ਆਪਣੇ ਆਲੇ ਦੁਆਲੇ ਦੇ ਸਮਾਜ ਨੂੰ ਸਮਝਣ ਲਈ ਅਸੀਂ ਆਪਣੀਆਂ 5 ਗਿਆਨ ਇੰਦਰੀਆਂ ਨੇ ਜਿਹੜਾ ਉਹਨਾਂ ਦਾ ਮੁੱਖ ਤੌਰ ਤੇ ਵਰਤੋਂ ਕਰਦੇ ਹਾਂ। ਉਹਨਾਂ 5 ਗਿਆਨ ਇੰਦਰੀਆਂ ਦੀ ਵਿਕਾਸ ਦੇ ਲਈ ਜ਼ਰੂਰੀ ਹੈ ਕਿ ਉਹ ਸਟਿਮੂਲੇਟ ਵੀ ਹੋਣ। ਬੱਚੇ ਨੂੰ ਵਧੀਆ ਚੀਜ਼ਾਂ ਦੇਖਣ ਨੂੰ ਮਿਲਣ, ਵਧੀਆ ਗੱਲਾਂ ਸੁਣਨ ਨੂੰ ਮਿਲਣ, ਉਹ ਬੋਲਣ ਦੇ ਮੌਕੇ ਵੀ ਉਹਨੂੰ ਮਿਲਣ, ਵੱਖ-ਵੱਖ ਚੀਜ਼ਾਂ ਨੂੰ ਸਵਾਦ ਕਰਨ ਦੇ ਮੌਕੇ ਮਿਲਣ, ਤਾਂ ਹੀ ਉਹਦੀਆਂ ਜੋ ਸੈਂਸਿਸ ਹੈ ਉਹ ਸਟਿਮੂਲੇਟ ਹੋ ਸਕਦੀਆਂ ਨੇ। ਸੋ ਇਹਨਾਂ ਦੀ ਉਤੇਜਨਾ ਲਈ, ਦਿਮਾਗ ਦੇ ਪੂਰੀ ਤਰ੍ਹਾਂ ਵਿਕਸਿਤ ਕਰਨ ਲਈ ਜ਼ਰੂਰੀ ਹੈ ਕਿ ਬੱਚਿਆਂ ਵਿੱਚ ਸੈਂਸਿਸ ਦੀ ਉਤੇਜਨਾ ਕੀਤੀ ਜਾਵੇ। ਇਹਨਾਂ ਦੀਆਂ 5 ਗਿਆਨ ਇੰਦਰੀਆਂ ਨੂੰ ਪਹਿਲੇ ਮੁੱਢਲੇ ਸਾਲਾਂ ਵਿੱਚ ਵਿਕਸਿਤ ਕਰਨ ਦੇ ਮੌਕੇ ਜਿਹੜੇ ਉਹ ਦਿੱਤੇ ਜਾਣ। ਹਰ ਬੱਚੇ ਲਈ ਜ਼ਰੂਰੀ ਹੈ, ਜਦੋਂ ਆਪਾਂ ਗੱਲ ਕਰਦੇ ਹਾਂ ਸੇਫਟੀ ਦੀ, ਉਹ ਸੇਫਟੀ ਬੱਚੇ ਨੂੰ ਉਹਦੇ ਘਰ ਵਿੱਚ ਮਿਲਦੀ ਹੈ ਐਂਡ ਘਰ ਵਿੱਚ ਮਿਲੀ ਸੇਫਟੀ ਹੀ ਸਭ ਤੋਂ ਵੱਡੇ ਪੱਧਰ ਦੀ ਸੇਫਟੀ ਹੈ। ਸੋ ਘਰ ਸਾਡੇ ਸ਼ੈਲਟਰ ਲਈ, ਜਿੱਥੇ ਸਾਨੂੰ ਰਹਿਣ ਦੀ ਜਗ੍ਹਾ ਤਾਂ ਹੈ ਹੀ ਹੈ, ਉਸਦੇ ਨਾਲ ਘਰ ਇੱਕ ਸੇਫਟੀ ਵੀ ਹੈ ਜੋ ਸਾਨੂੰ ਦਿੰਦਾ ਹੈ, ਪ੍ਰੋਟੈਕਸ਼ਨ ਵੀ ਦਿੰਦਾ ਹੈ ਮੌਸਮ ਤੋਂ, ਕਿਸੇ ਤਰ੍ਹਾਂ ਦੇ ਜਾਨਵਰਾਂ ਤੋਂ ਜਾਂ ਈਵਨ ਉਹਨਾਂ ਲੋਕਾਂ ਤੋਂ ਜੋ ਸਾਡੇ ਲਈ ਅਸੁਰੱਖਿਅਤ ਹੋ ਸਕਦੇ ਹਨ। ਸੋ ਹਰ ਬੱਚੇ ਨੂੰ ਪਨਾਹ ਤੇ ਨਿੱਘ ਦੀ ਲੋੜ ਹੈ ਐਂਡ ਇਹ ਉਸਦੀ ਇੱਕ ਮੁੱਢਲੀ ਲੋੜ ਹੈ ਜੋ ਉਸਦੇ ਘਰ ਵਿੱਚ ਹੀ ਪੂਰੀ ਹੋ ਸਕਦੀ ਹੈ। ਸੋ ਘਰ ਵਿੱਚ ਸ਼ਾਂਤੀਪੂਰਵਕ, ਸੰਗਠਿਤ ਤੇ ਸਵੱਛ ਮਾਹੌਲ ਦੇਣਾ ਬੱਚੇ ਲਈ ਜ਼ਰੂਰੀ ਹੈ। ਜੇਕਰ ਬੱਚੇ ਨੂੰ ਕਿਉਂਕਿ ਬੱਚਾ ਅਰਲੀ ਚਾਈਲਡਹੁੱਡ ਦੇ ਵਿੱਚ ਇੱਕ ਗਰੋਇੰਗ ਏਜ ਵਿੱਚ ਹੈ, ਜਿਸ ਵਿੱਚ ਉਹਦੀਆਂ ਬੋਨਸ ਡਿਵੈਲਪ ਹੋ ਰਹੀਆਂ, ਮਸਲਸ ਡਿਵੈਲਪ ਹੋ ਰਹੀਆਂ ਨੇ ਐਂਡ ਮਸਲਸ ਨੂੰ ਡਿਵੈਲਪ ਕਰਨ ਲਈ ਬਹੁਤ ਜ਼ਰੂਰੀ ਹੈ ਮੂਵਮੈਂਟ ਦਾ ਹੋਣਾ। ਜੇਕਰ ਅਸੀਂ ਬੱਚੇ ਨੂੰ ਮੂਵਮੈਂਟ ਨਹੀਂ ਦੇਵਾਂਗੇ, ਉਹ ਇੱਕੋ ਜਗ੍ਹਾ ਸਥਿਰ ਰੱਖਾਂਗੇ, ਤਾਂ ਉਹਦੀਆਂ ਜੋ ਮਸਲਸ ਹੈ ਉਹ ਡਿਵੈਲਪ ਨਹੀਂ ਹੋਣਗੀਆਂ। ਇਸ ਲਈ ਜ਼ਰੂਰੀ ਹੈ ਕਿ ਰੈਗੂਲਰ ਜਿਹੜੀ ਮੂਵਮੈਂਟ ਹੈ ਉਹ ਹੁੰਦੀ ਰਹੇ। ਇਸ ਨਾਲ ਉਸਦੀ ਕੰਸਨਟ੍ਰੇਸ਼ਨ ਵੀ ਡਿਵੈਲਪ ਹੋਏਗੀ। ਬੱਚੇ ਨੂੰ ਐਕਸਰਸਾਈਜ਼ਸ ਕਰਾਈ ਜਾਣ। ਐਕਸਰਸਾਈਜ਼ਸ ਡਜ਼ਨਟ ਮੀਨ ਕਿ ਅਸੀਂ ਬੱਚੇ ਨੂੰ ਜਿਮ ਚ ਲੈ ਜਾਣਾ ਹੈ, ਬਟ ਇੱਕ ਛੋਟੇ ਪੱਧਰ ਤੇ ਜੋ ਉਸ ਬੱਚੇ ਦੀ ਏਜ ਦੇ ਲਈ ਰਾਈਟ ਐਕਸਰਸਾਈਜ਼ਸ ਨੇ ਉਹ ਬੱਚੇ ਨੂੰ ਕਰਵਾਈਆਂ ਜਾਣ। ਫਿਜ਼ੀਕਲ ਪਲੇਸ ਕਰਾਏ ਜਾਣ, ਇਨਡੋਰ ਆਊਟਡੋਰ ਦੋਨੋਂ ਐਕਟੀਵਿਟੀਜ਼ ਕਰਾਈਆਂ ਜਾਣ। ਅੰਦਰ ਖੇਡਣ ਵਾਲੀਆਂ ਖੇਡਾਂ ਵੀ ਬੱਚੇ ਨੂੰ ਮੁਹੱਈਆ ਕਰਾਈਆਂ ਜਾਣ ਤੇ ਬਾਹਰ ਵੀ ਪਾਰਕਸ ਵਿੱਚ ਬੱਚੇ ਦੇ ਖੇਡਣ ਲਈ ਸਵਿੰਗਸ ਹੋਣ, ਜਿਸ ਨਾਲ ਬੱਚੇ ਇੱਕ ਰਾਈਟ ਤਰ੍ਹਾਂ ਦੀ ਮੂਵਮੈਂਟ ਹੈ ਜਿਹੜੀ ਉਹ ਕਰ ਸਕਣ। ਉਸਦੇ ਨਾਲ ਹੀ ਇਸ ਉਮਰ ਵਿੱਚ ਬੱਚਿਆਂ ਨੂੰ ਬੇਸਿਕ ਐਜੂਕੇਸ਼ਨਲ ਟॉयਜ਼ ਦੇਣਾ ਜ਼ਰੂਰੀ ਹੈ। ਕੁਝ ਬੇਸਿਕ ਚੀਜ਼ਾਂ ਜਿਵੇਂ ਐਡੀਸ਼ਨ, ਸਬਟ੍ਰੈਕਸ਼ਨ, ਵੋਕੈਬਲਰੀ ਹੈ, ਲੈਟਰਸ ਦੀ ਪਹਿਚਾਣ ਹੈ, ਕਲਰਸ ਦੀ ਪਹਿਚਾਣ ਹੈ, ਜਿਹਨੂੰ ਅਸੀਂ ਖੇਡ ਵਿੱਚ ਬੱਚੇ ਨੂੰ ਸਿਖਾ ਸਕਦੇ ਹਾਂ। ਅਗੇਨ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਇਹ ਸਾਡੀਆਂ ਨੀਡਸ ਹੈ, ਡਿਜ਼ਾਇਰਸ ਨਹੀਂ ਹੈ। ਮੈਂ ਕਹਾਂ ਕਿ ਮੈਂ ਬੱਚੇ ਲਈ ਬਹੁਤ ਮਹਿੰਗੇ ਐਜੂਕੇਸ਼ਨਲ ਟॉयਜ਼ ਹੀ ਲੈ ਕੇ ਆऊँ, ਉਹਦੇ ਨਾਲ ਹੀ ਬੱਚਾ ਸਿੱਖ ਸਕਦਾ ਹੈ, ਤਾਂ ਐਵੇਂ ਨਹੀਂ ਹੈ। ਤੁਹਾਡੇ ਘਰ ਦੀਆਂ ਛੋਟੀਆਂ ਚੀਜ਼ਾਂ ਜੋ ਬੇਸਿਕ ਚੀਜ਼ਾਂ ਨੇ ਉਹਨਾਂ ਨਾਲ ਵੀ ਬੱਚਾ ਸਿੱਖ ਸਕਦਾ ਹੈ, ਬਟ ਅਸੀਂ ਬੱਚੇ ਨੂੰ ਜਿਹੜੀ ਖੇਡ ਵਿੱਚ ਸਿਖਾਉਣ ਲਈ ਐਜੂਕੇਸ਼ਨਲ ਟॉयਜ਼ ਹੈ ਉਹ ਦੇਈਏ। ਇੰਨੀ ਮੂਵਮੈਂਟ ਕਰੂਗਾ, ਇੰਨਾ ਫਿਰੂਗਾ, ਤੇ ਜੇ ਫਿਰ ਰੈਸਟ ਨਹੀਂ ਕਰੂਗਾ ਤਾਂ ਅਗੇਨ ਉਹਦੀ ਬੋਡੀ ਫਟੀਕ ਮਹਿਸੂਸ ਕਰੂਗੀ। ਸੋ ਬੱਚੇ ਨੂੰ ਇੱਕ ਰਾਈਟ ਟਾਈਮ ਦੀ ਸਲੀਪ ਦੇਣਾ। ਛੋਟੇ ਬੱਚੇ ਨੂੰ ਤਾਂ ਰਾਦਰ ਕਹਿੰਦੇ ਆ ਕਿ ਵੱਧ ਸਮਾਂ ਸੌਣਾ ਚਾਹੀਦਾ ਹੈ, ਕਿਉਂਕਿ ਸੌਣ ਸਮੇਂ ਉਸਦੀ ਬੋਡੀ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਬਹੁਤ ਵਧੀਆ ਹੁੰਦੀ ਹੈ। ਇੱਕ ਬੱਚੇ ਦਾ ਰੂਟੀਨ ਹੋਣਾ ਬਹੁਤ ਜ਼ਰੂਰੀ ਹੈ, ਰੈਗੂਲਰ ਟਾਈਮ ਤੇ ਸੌਣਾ, ਰੈਗੂਲਰ ਟਾਈਮ ਤੇ ਉੱਠਣਾ। ਦਿਨ ਸਮੇਂ ਵੀ ਜਿਹੜਾ ਉਹਦਾ ਥੋੜਾ ਸੌਣ ਦਾ ਸਮਾਂ ਹੈ ਉਹ ਫਿਕਸ ਕਰ ਦਿੱਤਾ ਜਾਣਾ ਚਾਹੀਦਾ, ਜਿਸ ਦੇ ਨਾਲ ਬੱਚਾ ਉਸ ਰੂਟੀਨ ਦੇ ਅਧੀਨ ਹੀ ਆਪਣੀ ਬੋਡੀ ਨੂੰ ਲੋੜੀਂਦਾ ਰੈਸਟ ਹੈ ਜੋ ਉਹ ਦੇ ਸਕੇ। ਪਲੇ ਦੀ ਗੱਲ ਆਪਾਂ ਕਰ ਚੁੱਕੇ ਹਾਂ ਕਿ ਖੇਡ ਉਹਦੀ ਜ਼ਿੰਦਗੀ ਦੇ ਵਿਕਾਸ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਉਹਦੀ ਬੋਡੀ ਦੀ ਡਿਵੈਲਪਮੈਂਟ ਲਈ ਵੀ। ਪਲੱਸ ਪਲੇ ਦੇ ਨਾਲ ਅਸੀਂ ਬਹੁਤ ਕੁਝ ਹੋਰ ਵੀ ਸਿੱਖਦੇ ਹਾਂ, ਜਿਵੇਂ ਸੋਸ਼ਲ ਰੋਲ ਸਮਝਦੇ ਹਾਂ ਅਸੀਂ, ਕੋਆਪਰੇਸ਼ਨ ਦੀ ਭਾਵਨਾ ਆਉਂਦੀ ਹੈ, ਕੰਪੀਟੀਸ਼ਨ ਦੀ ਭਾਵਨਾ ਆਉਂਦੀ ਹੈ, ਇੱਕ ਦੂਜੇ ਨਾਲ ਗੇਮ ਸਪਿਰਿਟ ਆਉਂਦੀ ਹੈ, ਰੂਲਸ ਰੈਗੂਲੇਸ਼ਨਸ ਦੀ ਸਮਝ ਆਉਂਦੀ ਹੈ। ਸੋ ਇਸ ਲਈ ਜ਼ਰੂਰੀ ਹੈ ਕਿ ਬੱਚੇ ਨੂੰ ਅਸੀਂ ਪਲੇ ਜਾਂ ਖੇਡ ਦੇ ਮੌਕੇ ਦੇਈਏ ਜੋ ਇਨਡੋਰ ਆਊਟਡੋਰ ਦੋਨੋਂ ਹੋ ਸਕਦੇ ਨੇ। ਬਟ ਬੱਚੇ ਦੀ ਜਿਹੜੀ ਕੋਗਨੀਟਿਵ ਡਿਵੈਲਪਮੈਂਟ ਹੈ, ਇਮੋਸ਼ਨਲ ਡਿਵੈਲਪਮੈਂਟ ਹੈ, ਸੋਸ਼ਲ ਡਿਵੈਲਪਮੈਂਟ ਹੈ ਤੇ ਫਿਜ਼ੀਕਲ ਡਿਵੈਲਪਮੈਂਟ ਹੈ, ਇਹਨਾਂ ਚਾਰੋਂ ਤਰ੍ਹਾਂ ਦੀਆਂ ਡਿਵੈਲਪਮੈਂਟ ਵਿੱਚ ਜੋ ਪਲੇ ਹੈ ਉਹ ਬਹੁਤ ਪੋਜ਼ੀਟਿਵਲੀ ਕੰਟਰੀਬਿਊਟ ਕਰਦਾ ਹੈ।
ਬੱਚੇ ਨੂੰ ਸੁਤੰਤਰਤਾ ਦੇਣੀ, ਫਰੀडम ਦੇਣੀ मूव ਕਰਨ ਦੀ, ਕਿ ਉਹ ਆਪਣੀ ਮਰਜ਼ੀ ਨਾਲ ਜਾ। ਇਨ ਬਹੁਤ ਵੱਡੇ ਲੈਵਲ ਤੇ ਸਾਨੂੰ ਬੱਚੇ ਨੂੰ ਸਿਕਿਉਰਿਟੀ ਦੇਣ ਦੀ ਲੋੜ ਹੈ, ਸੇਫਟੀ ਦੇਣ ਦੀ ਲੋੜ ਹੈ, ਬੱਚੇ ਦੇ ਉੱਪਰ ਕੰਟਰੋਲ ਕਰਨ ਦੀ ਲੋੜ ਹੈ ਜਿਹੜੀ ਉਹ ਨਹੀਂ ਹੈ। ਤਾਂ ਤੁਸੀਂ ਬੱਚੇ ਨੂੰ ਕੰਟਰੋਲ ਨਹੀਂ ਕਰਨਾ, ਉਸਨੂੰ ਇੰਡੀਪੈਂਡੈਂਟ ਬਣਾਉਣਾ ਹੈ, ਕਿਉਂਕਿ ਜੇ ਬੱਚਾ ਇੰਡੀਪੈਂਡੈਂਟਲੀ ਕੋਈ ਕੰਮ ਕਰੂਗਾ ਤਾਂ ਹੀ ਕੌਨਫੀਡੈਂਸ ਆਊਗਾ, ਤਾਂ ਹੀ ਉਹ ਬੱਚਾ ਅੱਗੇ ਜਾ ਕੇ ਆਪਣੀ ਲਾਈਫ ਵਿੱਚ ਰਾਈਟ ਤਰ੍ਹਾਂ ਦੇ ਡਿਸੀਜਨ ਮੇਕਿੰਗ ਲੈ ਸਕੂਗਾ। ਨਹੀਂ ਤਾਂ ਬੱਚਾ ਹਮੇਸ਼ਾ ਹੀ ਡਰਿਆ ਰਹੇਗਾ, ਸਹਿਮਿਆ ਰਹੇਗਾ। ਸੋ ਬੱਚੇ ਦੇ ਵਿੱਚ ਉਸਨੂੰ ਇੰਨੇ ਕੁ ਮੌਕੇ ਦੇਣੇ ਚਾਹੀਦੇ ਹੈ ਕਿ ਉਹ ਸੁਤੰਤਰ ਰੂਪ ਵਿੱਚ ਆਪਣੇ ਸਮਾਜ ਨੂੰ ਐਕਸਪਲੋਰ ਕਰ ਸਕੇ। ਪਲੱਸ ਉਸਦੇ ਉੱਪਰ ਕੰਟਰੋਲ ਤਾਂ ਹੋਵੇ, ਬਟ ਬਹੁਤ ਵੱਡਾ ਕੰਟਰੋਲ ਨਾ ਹੋਵੇ, ਧਿਆਨ ਹੋਵੇ ਤੁਹਾਡਾ, ਪਰ ਤੁਹਾਡਾ ਕੰਟਰੋਲ ਨਾ ਹੋਵੇ ਵੀ ਜੋ ਤੁਸੀਂ ਕਿਹਾ ਉਹੀ ਉਸ ਬੱਚੇ ਨੇ ਕਰਨਾ, ਉਹ ਸਾਨੂੰ ਕਰਨ ਦੀ ਲੋੜ ਨਹੀਂ ਹੈ। ਸੋ ਇਸ ਤਰ੍ਹਾਂ ਇਹ ਬੇਸਿਕ 11 ਨੀਡਸ ਹੈ ਜੋ ਬੱਚੇ ਨੂੰ ਜੋ ਉਸਦੀ ਫਿਜ਼ੀਓਲੋਜੀਕਲ ਨੀਡਸ ਹੈ, ਜੋ ਉਸਦੇ ਸਰੀਰਕ ਵਿਕਾਸ ਨਾਲ ਸੰਬੰਧ ਰੱਖਦੀਆਂ। ਨੈਕਸਟ ਲੈਵਲ ਤੇ ਜੋ ਅਸੀਂ ਗੱਲ ਕਰਾਂਗੇ ਉਹ ਉਸ ਬੱਚੇ ਦੀਆਂ ਮਨੋਵਿਗਿਆਨਕ ਲੋੜਾਂ ਦੀ ਗੱਲ ਕਰਾਂਗੇ। ਜਿਹੜੀਆਂ ਮਨੋਵਿਗਿਆਨਕ ਲੋੜਾਂ ਹੁੰਦੀਆਂ ਨੇ, ਇਹ ਸਾਡੀ ਪਰਸਨੈਲਿਟੀ ਦੀ ਡਿਵੈਲਪਮੈਂਟ ਲਈ ਬਹੁਤ ਜ਼ਰੂਰੀ ਨੇ, ਕਿਉਂਕਿ ਇਹ ਸਾਡੇ ਮਤਲਬ ਇਹ ਸਿੱਧੇ ਰੂਪ ਵਿੱਚ ਅਸੀਂ ਮਹਿਸੂਸ ਨਹੀਂ ਕਰਦੇ ਕਿ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਜਿਵੇਂ ਭੁੱਖ ਹੈ, ਭੁੱਖ ਤੁਹਾਨੂੰ ਮਹਿਸੂਸ ਹੁੰਦੀ ਹੈ, ਪਰ ਤੁਸੀਂ ਆਪਣੀਆਂ ਮਨੋਵਿਗਿਆਨਕ ਲੋੜਾਂ ਨੂੰ ਬਹੁਤੀ ਵਾਰ ਤਾਂ ਖੁਦ ਪਹਿਚਾਣ ਵੀ ਨਹੀਂ ਪਾਉਂਦੇ। ਪਰ ਜਦੋਂ ਸਾਡੀਆਂ ਮਨੋਵਿਗਿਆਨਕ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਵੱਡੇ ਪੱਧਰ ਤੇ ਅਸੀਂ ਡਿਪਰਾਈਵਡ ਰਹਿੰਦੇ ਹਾਂ, ਤੇ ਸਾਡੀ ਪਰਸਨੈਲਿਟੀ ਨੂੰ ਨੈਗੇਟਿਵਲੀ ਇਫੈਕਟ ਕਰਦੀ ਹੈ। ਮੈਂ ਜਿਵੇਂ ਹਾਂ ਉਵੇਂ ਮੈਨੂੰ ਅਸੈਪਟ ਕੀਤਾ ਜਾਵੇ, ਮੇਰੀਆਂ ਸਟਰੈਂਥਸ ਨਾਲ, ਮੇਰੀਆਂ ਵੀਕਨੈਸਿਸ ਨਾਲ ਮੈਨੂੰ ਜਿਹੜਾ ਹੈ ਉਹ ਐਕਸੈਪਟ ਕੀਤਾ ਜਾਵੇ। ਅਸੈਪਟੈਂਸ ਦੀ ਜਿਹੜੀ ਲੋੜ ਹੈ ਉਹ ਸਾਡੀ ਸਭ ਦੀ ਬੇਸਿਕ ਲੋੜ ਹੈ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਜਿਵੇਂ ਹਾਂ ਉਵੇਂ ਹੀ ਐਕਸੈਪਟ ਕੀਤਾ ਜਾਵੇ। ਸਾਡੇ ਉੱਤੇ ਕੋਈ ਬਹੁਤ ਵੱਡੇ ਪੱਧਰ ਦੀਆਂ ਇਹ ਨਾਲ ਰੱਖੀਆਂ ਜਾਵਣ ਇੱਛਾਵਾਂ ਵੀ, ਐਵੇਂ ਦਾ ਹੋਣਾ ਚਾਹੀਦਾ ਸੀ, ਆਹ ਤੇਰੇ 'ਚ ਕਮੀ ਹੈ, ਉਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਉਜਾਗਰ ਨਾ ਕੀਤਾ ਜਾਵੇ। ਇਹ ਹਰ ਇੱਕ ਬੱਚੇ ਦੀ ਇੱਛਾ ਹੈ ਕਿ ਉਸਦੀ ਇੱਕ ਪਹਿਚਾਣ ਹੋਵੇ, ਐਂਡ ਉਸ ਪਹਿਚਾਣ ਨੂੰ ਘਰ ਵਿੱਚ ਤੇ ਸਮਾਜ ਵਿੱਚ ਕਬੂਲਿਆ ਜਾਵੇ, ਐਕਸੈਪਟ ਕੀਤਾ ਜਾਵੇ। ਦੂਸਰੀ ਲੋੜ ਜੋ ਸਾਡੀ ਸਾਈਕੋਲੋਜੀਕਲ ਹੈ, ਉਹ ਸਾਡੇ ਭਾਵਾਂ ਨਾਲ ਜ਼ਰੂਰ ਰਿਲੇਟਡ ਹੈ। ਇਮੋਸ਼ਨਲ ਸੈਟਿਸਫੈਕਸ਼ਨ ਹੈ। ਜੇ ਮੈਨੂੰ ਮੇਰੇ ਜੋ ਇਮੋਸ਼ਨਸ ਹੈ, ਫੀਅਰ ਹੈ, ਲਵ ਹੈ, ਐਂਗਰ ਹੈ, ਹੇਟਰੇਡ ਹੈ, ਹੈਪੀਨੈਸ ਹੈ, ਇਹ ਜਿਹੜੇ ਮੇਰੇ ਇਮੋਸ਼ਨਸ ਹੈ ਉਹਨਾਂ ਦੀ ਸੈਟਿਸਫੈਕਸ਼ਨ ਲਈ, ਉਹਨਾਂ ਦੀ ਪੂਰਤੀ ਲਈ ਮੈਨੂੰ ਮੌਕੇ ਮਿਲਣ, ਮੈਨੂੰ ਆਪਣੇ ਭਾਵਨਾਤਮਕ ਵਿਕਾਸ ਦੇ ਮੌਕੇ ਮਿਲਣ, ਅਸੀਂ ਆਪਣੀਆਂ ਫੀਲਿੰਗਸ ਨੂੰ ਐਕਸਪ੍ਰੈਸ ਕਰ ਸਕੀਏ, ਆਪਣੀ ਫੀਲਿੰਗਸ ਨੂੰ ਪਹਿਲਾਂ ਡਿਵੈਲਪ ਕਰ ਸਕੀਏ, ਫਿਰ ਆਪਣੀਆਂ ਫੀਲਿੰਗਸ ਨੂੰ ਐਕਸਪ੍ਰੈਸ ਵੀ ਕਰ ਸਕੀਏ। ਆਲੇ ਦੁਆਲੇ ਦੇ ਲੋਕ ਤੁਹਾਨੂੰ ਤੁਹਾਡੇ ਇਮੋਸ਼ਨਲ ਆਊਟਲੈਟ, ਜੇ ਕਿਸੇ ਬੱਚੇ ਨੂੰ ਬਹੁਤ ਗੁੱਸਾ ਆਇਆ, ਬੱਚੇ ਦਾ ਰੋਣ ਦਾ ਜੀਅ ਕਰਦਾ, ਅਸੀਂ ਕਹਿੰਦੇ ਹਾਂ ਵੀ ਤੂੰ ਰੋਣਾ ਨਹੀਂ ਕਿਉਂਕਿ ਤੂੰ ਮੁੰਡਾ ਹੈ, ਮੁੰਡੇ ਰੋਂਦੇ ਨਹੀਂ। ਸੋ ਇੱਕ ਤਰ੍ਹਾਂ ਦਾ ਰੋਂਗ ਐਗਜ਼ਾਮਪਲ ਜੋ ਅਸੀਂ ਬੱਚੇ ਦੇ ਸਾਹਮਣੇ ਸੈੱਟ ਕਰਦੇ ਹਾਂ। ਅਗੇਨ ਇੱਥੇ ਸੇਮ ਚੀਜ਼ ਆ ਗਈ ਅਫੈਕਸ਼ਨ, ਪਰ ਹੁਣ ਇੱਥੇ ਜਦੋਂ ਅਸੀਂ ਅਫੈਕਸ਼ਨ ਦੀ ਗੱਲ ਕਰਾਂਗੇ ਤਾਂ ਅਫੈਕਸ਼ਨ ਉਸਨੂੰ ਇੱਕ ਕੌਨਫੀਡੈਂਸ ਦੇਣ ਲਈ ਗੱਲ ਕਰਾਂਗੇ। ਇੱਥੇ ਇੱਕ ਬੱਚਾ ਆਪਣੇ ਮਾਂ-ਬਾਪ ਤੋਂ ਉਹ ਅਫੈਕਸ਼ਨ ਭਾਲਦਾ ਵੀ ਜੇ ਉਹ ਗਲਤੀ ਵੀ ਕਰਦਾ ਹੈ ਤਾਂ ਉਸਦੀ ਗਲਤੀ ਨੂੰ ਕਬੂਲਿਆ ਜਾਏਗਾ ਤੇ ਉਸਦੀ ਗਲਤੀ ਤੋਂ ਸੁਧਾਰਨ ਦਾ ਉਸਨੂੰ ਮੌਕਾ ਦਿੱਤਾ ਜਾਏਗਾ। ਉਸਨੂੰ ਕੋਈ ਜੱਜ ਨਹੀਂ ਕਰੇਗਾ, ਉਸਦੇ ਉੱਪਰ ਕੋਈ ਸਟੇਟਮੈਂਟਸ ਨਹੀਂ ਕਰੇਗਾ। ਸੋ ਇਸ ਤਰ੍ਹਾਂ ਦੀ ਸਾਨੂੰ ਅਫੈਕਸ਼ਨ ਦੇਣ ਦੀ ਲੋੜ ਹੈ ਆਪਣੇ ਬੱਚਿਆਂ ਨੂੰ, ਤਾਂ ਜੋ ਆਪਣੇ ਮਨ ਦੀ ਹਰ ਗੱਲ ਸਾਡੇ ਨਾਲ ਸ਼ੇਅਰ ਕਰ ਸਕਣ, ਡਰ ਵਿੱਚ ਨਾ ਰਹਿਣ ਉਹ। ਤੇ ਜੇ ਉਹ ਸਨੇਹ ਬੱਚੇ ਨੂੰ ਆਪਣੇ ਘਰੋਂ ਮਿਲੇਗਾ ਤਾਂ ਉਸ ਸਨੇਹ ਦੇ ਚੱਲਦੇ ਹੋਏ ਬੱਚਾ ਇੱਕ ਖੁਸ਼ਹਾਲ ਜੀਵਨ ਬਤੀਤ ਕਰੇਗਾ। ਹੁਣੀ ਅਸੀਂ ਰੀਸੈਂਟਲੀ ਇੱਕ ਪੰਜਾਬੀ ਸੌਂਗ ਸੀਗਾ ਜਿਸ ਵਿੱਚ ਉਹ ਕਹਿੰਦਾ ਕਿ ਤੁਹਾਡਾ ਚਿਹਰਾ ਹੈ ਜਿਹੜਾ ਉਹ ਤੁਹਾਡੀ ਅੰਦਰੂਨੀ ਖੁਸ਼ੀ ਦੀ ਰਿਫਲੈਕਸ਼ਨ ਰਹਿੰਦਾ। ਸੋ ਜੇ ਤੁਸੀਂ ਚਿਹਰੇ ਦੇ ਉੱਤੇ ਰੌਣਕ ਹੈ ਤੇ ਇਹਦਾ ਮਤਲਬ ਤੁਸੀਂ ਅੰਦਰੋਂ ਬਹੁਤ ਖੁਸ਼ ਹੋ। ਸੋ ਉਹ ਜਿਹੜੀ ਰੌਣਕ ਹੈ ਚਿਹਰੇ ਦੀ, ਉਹ ਸਨੇਹ ਦੇ ਵਿੱਚ ਹੀ ਆਉਂਦੀ ਹੈ, ਜਦੋਂ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਡੇ ਆਲੇ ਦੁਆਲੇ ਦੇ ਲੋਕ ਹੈ ਜੋ ਉਹ ਸਾਨੂੰ ਪਿਆਰ ਕਰਦੇ ਨੇ, ਮੇਰੇ ਲਈ ਖੜੇ ਨੇ। ਸੋ ਇੱਕ ਬੱਚੇ ਨੂੰ ਉਹ ਚੀਜ਼ ਹੋਣੀ ਜ਼ਰੂਰੀ ਹੈ, ਕਿਉਂਕਿ ਜੇ ਉਹ ਬੱਚਾ ਇਫੈਕਟਿਵ ਮਹਿਸੂਸ ਕਰੇਗਾ ਤਾਂ ਉਸਦੇ ਅੰਦਰ ਕੌਨਫੀਡੈਂਸ ਰਹੇਗਾ। ਕੌਨਫੀਡੈਂਸ ਰਹੇਗਾ ਤਾਂ ਉਹ ਆਪਣੀ ਹਰ ਗੱਲ ਨੂੰ, ਹਰ ਪ੍ਰੋਬਲਮ ਨੂੰ ਹੈਪੀਲੀ ਸੋਲਵ ਕਰਨ ਦੇ ਵਿੱਚ ਐਫਰਟ ਵੀ ਕਰੇਗਾ। ਕੌਨਸਟੈਂਟ ਰੀਅਸ਼ੋਰੈਂਸ ਚਾਹੀਦੀ ਹੈ। ਬਾਰ-ਬਾਰ ਤੁਹਾਨੂੰ ਬੱਚੇ ਨੂੰ ਦੱਸਣਾ ਪੈਂਦਾ, ਬੱਚਾ ਛੋਟਾ ਹੈ, ਇੰਨਾ ਸਮਝਦਾ ਨਹੀਂ ਹੈ, ਉਹਨੂੰ ਬਾਰ-ਬਾਰ ਇਹ ਦੱਸਣਾ ਪੈਂਦਾ ਵੀ ਤੂੰ ਸਾਡੇ ਲਈ ਇੰਪੋਰਟੈਂਟ ਹੈ। ਸਾਈਕੋਲੋਜਿਸਟ ਇਹ ਕਹਿੰਦੇ ਨੇ ਕਿ ਮਾਂ-ਬਾਪ ਨੂੰ ਆਪਣੇ ਬੱਚਿਆਂ ਨੂੰ ਰੋਜ਼ ਦੱਸਣਾ ਚਾਹੀਦਾ ਕਿ ਉਹ ਉਹਦੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਰੱਖਦੇ ਨੇ ਤੇ ਉਹਨਾਂ ਬਿਨਾਂ ਉਹਨਾਂ ਦੀ ਜ਼ਿੰਦਗੀ ਅਧੂਰੀ ਹੈ। ਕਿਉਂਕਿ ਜਦੋਂ ਇੱਕ ਬੱਚੇ ਨੂੰ ਹਰ ਰੋਜ਼ ਇਸ ਤਰ੍ਹਾਂ ਦੀ ਅਸ਼ੋਰੈਂਸ ਮਿਲੂਗੀ ਤਾਂ ਉਹਦਾ ਆਪਣੇ ਪੇਰੈਂਟਸ ਨਾਲ ਜੋ ਬੌਂਡ ਹੈ ਉਹ ਬਹੁਤ ਸਟਰੋਂਗ ਹੋਊਗਾ। ਤੁਸੀਂ ਬੱਚੇ ਨੂੰ ਹਰ ਰੋਜ਼ ਦੱਸਣਾ ਹੈ ਕਿ ਉਹ ਜ਼ਿੰਦਗੀ ਵਿੱਚ ਇੱਕ ਯੂਨੀਕ ਹੈ, ਬੱਚਾ ਵਿਸ਼ੇਸ਼ ਹੈ, ਐਂਡ ਉਸਦੀ ਪਲੇਸ ਕੋਈ ਹੋਰ ਬੱਚਾ ਨਹੀਂ ਲੈ ਸਕਦਾ। ਸੋ ਇਹ ਜਿਹੜੀ ਅਸ਼ੋਰੈਂਸ ਹੈ ਬੱਚੇ ਨੂੰ ਕੌਨਸਟੈਂਟਲੀ ਦੇਣ ਦੀ ਲੋੜ ਹੈ। ਹਾਂ, ਇੱਕ ਏਜ ਤੇ ਆ ਕੇ ਜਦੋਂ ਬੱਚਾ ਸਿਆਣਾ ਹੋ ਜਾਂਦਾ, ਮੈਚਿਓਰ ਹੋ ਜਾਂਦਾ, ਉਦੋਂ ਉਹ ਸਮਝਦਾ ਹੈ, ਬਟ ਇੱਕ ਬਚਪਨ ਦੇ ਵਿੱਚ ਬੱਚਾ ਇਸ ਗੱਲ ਨੂੰ ਨਹੀਂ ਸਮਝਦਾ, ਤਾਂ ਸਾਨੂੰ ਉਸਨੂੰ ਬਾਰ-ਬਾਰ ਇਹ ਗੱਲ ਦੱਸਣ ਦੀ ਲੋੜ ਹੈ।
ਆਪਣੇ ਇਮੋਸ਼ਨਸ ਨੂੰ ਰੈਗੂਲੇਟ ਕਰਨਾ ਵੀ ਸਿਖਾਉਣ ਦੀ ਲੋੜ ਹੈ। ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਹੜੇ ਸਮੇਂ ਤੇ ਕਿਸ ਤਰ੍ਹਾਂ ਬਿਹੇਵ ਕਰਨਾ, ਆਪਣੀ ਖੁਸ਼ੀ ਨੂੰ ਜੇ ਜ਼ਾਹਿਰ ਕਰਨਾ ਹੈ ਤਾਂ ਕਿਸ ਤਰ੍ਹਾਂ ਕਰਨਾ, ਆਪਣੇ ਦੁੱਖ ਨੂੰ ਜ਼ਾਹਿਰ ਕਰਨਾ ਤਾਂ ਕਿਸ ਤਰ੍ਹਾਂ ਕਰਨਾ ਹੈ, ਕਿਸ ਕੋਲ ਕਰਨਾ ਹੈ ਕਿਸ ਕੋਲ ਨਹੀਂ ਕਰਨਾ। ਇਸ ਚੀਜ਼ ਦੀ ਜਿਹੜੀ ਬੱਚੇ ਨੂੰ ਆਪਣੇ ਇਮੋਸ਼ਨਸ ਨੂੰ ਰੈਗੂਲੇਟ ਕਰਨਾ, ਕਿਉਂਕਿ ਜਦੋਂ ਤੁਸੀਂ ਦੇਖਿਆ ਹੁਣ ਆਪਾਂ ਕਹਿੰਦੇ ਬੱਚੇ ਮਨ ਕੇ ਸੱਚੇ, ਉਹ ਬੱਚੇ ਮਨ ਕੇ ਸੱਚੇ ਇਸੇ ਕਰਕੇ ਨੇ ਕਿਉਂਕਿ ਜੋ ਉਹਨਾਂ ਦੇ ਮਨ ਵਿੱਚ ਉਹ ਚੀਜ਼ ਸਭ ਦੇ ਮੂਹਰੇ ਕਹਿ ਦਿੰਦੇ ਨੇ, ਪਰ ਇੱਕ ਸਮੇਂ ਤੋਂ ਬਾਅਦ ਉਹਨਾਂ ਨੂੰ ਆਪਣੇ ਇਮੋਸ਼ਨਸ ਹੈ ਜਿਹੜੇ ਰੈਗੂਲੇਟ ਕਰਨੇ ਆ ਜਾਂਦੇ ਨੇ। ਜਦੋਂ ਬੱਚਾ ਸਕੂਲ ਜਾਣ ਲੱਗ ਜਾਂਦਾ ਹੈ, ਹੁਣ ਸਕੂਲ ਵਿੱਚ ਜਾ ਕੇ ਉਹ ਰੋਜ਼ ਜ਼ਿੱਦ ਨਹੀਂ ਕਰ ਸਕਦਾ ਕਿ ਮੈਂ ਨਹੀਂ ਪੜ੍ਹਨਾ, ਮੈਂ ਨਹੀਂ ਪੜ੍ਹਨਾ, ਜਾਂ ਰੋਂਦਾ ਹੀ ਨਹੀਂ ਰਹਿ ਸਕਦਾ, ਉਸਨੂੰ ਚੁੱਪ ਕਰਨਾ ਪਏਗਾ ਤੇ ਸਕੂਲ ਵਿੱਚ ਘੰਟੇ ਲਈ ਜਾਂ 2 ਘੰਟੇ ਲਈ, ਜਿੰਨੀ ਦੇਰ ਲਈ ਵੀ ਉਹਦਾ ਸਕੂਲ ਲੱਗ ਰਿਹਾ, ਉਸਦੇ ਮਾਹੌਲ ਵਿੱਚ ਢਲਣਾ ਹੋਏਗਾ। ਸੋ ਉਹ ਤਾਂ ਹੀ ਕਰ ਸਕੇਗਾ ਜੋ ਆਪਣੀਆਂ ਭਾਵਨਾਵਾਂ ਨੂੰ, ਆਪਣੇ ਫੀਲਿੰਗਸ ਨੂੰ ਰੈਗੂਲੇਟ ਕਰਨਾ ਜਾਣਦਾ ਹੋਊਗਾ, ਨਿਯੰਤਰ ਕਰਨਾ ਜਾਣਦਾ ਹੋਊਗਾ, ਕੰਟਰੋਲ ਕਰਨਾ ਜਾਣਦਾ ਹੋਊ। ਸੋ ਉਹ ਵੀ ਉਸਦੀ ਇੱਕ ਮਨੋਵਿਗਿਆਨਕ ਲੋੜ ਹੈ ਕਿ ਉਹਦੇ ਇਮੋਸ਼ਨਸ ਨੂੰ ਰੈਗੂਲੇਟ ਕਰਨ ਦੀ ਜੋ ਸਿਖਲਾਈ ਹੈ ਉਸ ਬੱਚੇ ਨੂੰ ਦਿੱਤੀ ਜਾਵੇ। ਵਿਵਹਾਰ ਕਿਸ ਤਰ੍ਹਾਂ ਕਰਨਾ ਹੈ, ਹਾਊ ਯੂ ਹੈਵ ਟੂ ਬਿਹੇਵ। ਸਾਨੂੰ ਇਹ ਅਗੇਨ ਇਹ ਵੀ ਸਿਖਾਉਣਾ ਪੈਂਦਾ ਇੱਕ ਬੱਚੇ ਨੂੰ ਵੀ ਵਾਟ ਇਜ਼ ਰਾਈਟ ਬਿਹੇਵੀਅਰ, ਰਾਈਟ ਮੈਨਰਸ ਕੀ ਨੇ, ਖਾਣਾ ਕਿਵੇਂ ਖਾਈਦਾ, ਕਿਸ ਤਰ੍ਹਾਂ ਬੈਠੀਦਾ, ਕਿਸ ਤਰ੍ਹਾਂ ਉੱਠੀਦਾ, ਕਿਸ ਤਰ੍ਹਾਂ ਬੋਲੀਦਾ, ਆਪ ਤੋਂ ਵੱਡੇ ਨੂੰ ਕਿਵੇਂ ਸੰਬੋਧਿਤ ਕਰੀਦਾ, ਆਪ ਤੋਂ ਛੋਟੇ ਨੂੰ ਕਿਵੇਂ ਸੰਬੋਧਿਤ ਕਰੀਦਾ, ਆਪ ਤੋਂ ਹਮ ਉਮਰ ਨੂੰ ਕਿਵੇਂ ਸੰਬੋਧਿਤ ਕਰੀਦਾ। ਸੋ ਹਾਊ ਵੀ ਹੈਵ ਟੂ ਬਿਹੇਵ, ਅਸੀਂ ਆਪਣੇ ਘਰੇ ਕਿਵੇਂ ਬਿਹੇਵ ਕਰਨਾ, ਅਸੀਂ ਬਾਹਰ ਕਿਵੇਂ ਬਿਹੇਵ ਕਰਨਾ, ਸਕੂਲ 'ਚ ਕਿਵੇਂ ਬਿਹੇਵ ਕਰਨਾ, ਸਟ੍ਰੇਂਜਰਸ ਦੇ ਬਾਹਰ ਕਿਵੇਂ ਬਿਹੇਵ ਕਰਨਾ, ਸਟ੍ਰੇਂਜਰਸ ਨੂੰ ਕਿਸ ਲੈਵਲ ਤੱਕ ਅਸੀਂ ਬੁਲਾਉਣਾ, ਕਿਸ ਲੈਵਲ ਤੱਕ ਨਹੀਂ ਬੁਲਾਉਣਾ। ਇਹ ਜੋ ਬਿਹੇਵੀਅਰਸ ਹੈ ਇਹ ਵੀ ਅਗੇਨ ਉਹਦੀਆਂ ਮਨੋਵਿਗਿਆਨਕ ਲੋੜਾਂ ਵਿੱਚ ਆਉਂਦੇ। ਐਂਡ ਲਾਸਟ ਜਿਵੇਂ ਆਪਾਂ ਗੱਲ ਕਰੀ ਸੀ ਸੈਲਫ ਐਸਟੀਮ ਦੀ, ਬੱਚੇ ਦੀ ਪਹਿਚਾਣ ਹੋਣੀ, ਉਸਨੂੰ ਉਸਦੀ ਇੱਜ਼ਤ ਮਿਲਣੀ। ਇਹ ਨਹੀਂ ਕਿ ਉਹ ਨਿਆਣਾ ਹੈ ਤੁਹਾਨੂੰ ਜੋ ਮਰਜ਼ੀ ਕਹਿ ਲਓ ਉਸਨੂੰ ਫਰਕ ਨਹੀਂ ਪਏਗਾ, ਨਿਆਣੇ ਨੂੰ ਵੀ ਫਰਕ ਪੈਂਦਾ ਕਿਉਂਕਿ ਉਸਦੀ ਆਪਣੀ ਸੈਲਫ ਐਸਟੀਮ ਹੈ। ਜੇ ਅਸੀਂ ਛੋਟੇ ਹੁੰਦੇ ਬੱਚੇ ਨੂੰ ਇਹ ਕਹਿੰਦੇ ਰਹਾਂਗੇ ਤੂੰ ਬੇਕਾਰ ਹੈ, ਬੇਕਾਰ ਹੈ, ਬੇਕਾਰ ਹੈ, ਤਾਂ ਕਦੇ ਵੀ ਵੱਡਾ ਹੋ ਕੇ ਇੱਕ ਕੌਨਫੀਡੈਂਟ ਇੰਡੀਵਿਜੂਅਲ ਨਹੀਂ ਬਣੂਗਾ, ਉਸਦੀ ਸੈਲਫ ਐਸਟੀਮ ਹਮੇਸ਼ਾ ਹੀ ਲੋ ਰਹੇਗੀ। ਜਿਨ੍ਹਾਂ ਲੋਕਾਂ ਦੀ ਸੈਲਫ ਐਸਟੀਮ ਲੋ ਰਹਿੰਦੀ ਹੈ ਉਹ ਗੁੱਡ ਲੀਡਰਸ ਨਹੀਂ ਬਣ ਪਾਉਂਦੇ, ਇਨੀਸ਼ੀਏਟਿਵ ਨਹੀਂ ਲੈ ਪਾਉਂਦੇ, ਜ਼ਿੰਦਗੀ ਵਿੱਚ ਅੱਗੇ ਨਹੀਂ ਪਹੁੰਚ ਪਾਉਂਦੇ, ਹਮੇਸ਼ਾ ਕਿਸੇ ਦੂਸਰੇ ਦੇ ਭਰੋਸੇ ਰਹਿੰਦੇ ਨੇ। ਸੋ ਸਾਨੂੰ ਜ਼ਰੂਰੀ ਹੈ ਕਿ ਅਸੀਂ ਛੋਟੀ ਉਮਰੇ ਹੀ ਬੱਚਿਆਂ ਦੇ ਵਿੱਚ ਉਹ ਭਾਵਨਾਵਾਂ ਦਾ ਵਿਕਾਸ ਕਰੀਏ ਜਿਸ ਤੋਂ ਆਪਣੇ ਆਪ ਤੇ ਵਿਸ਼ਵਾਸ ਰੱਖਣ, ਉਹਨਾਂ 'ਚ ਸਵੈ ਵਿਸ਼ਵਾਸ ਹੋਵੇ, ਆਪਣੀ ਗੱਲ ਕਹਿਣ ਦਾ ਢੰਗ ਹੋਵੇ ਤੇ ਉਹ ਦੂਸਰੇ ਦੇ ਪਿੱਛੇ ਨਾ ਬਣਨ। ਇਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਇੱਕ ਵਧੀਆ ਲੀਡਰਸ ਵੀ ਬਣਾਵਾਂਗੇ ਤੇ ਉਹਨਾਂ ਦੇ ਵਿੱਚ ਉਹ ਐਬਿਲਿਟੀਜ਼ ਵੀ ਡਿਵੈਲਪ ਕਰਾਂਗੇ ਜਿਸ ਨਾਲ ਉਹ ਇਨੀਸ਼ੀਏਟਿਵ ਲੈ ਸਕਣਗੇ, ਰਾਈਟ। ਸੋ ਆਈ ਹੋਪ ਤੁਹਾਨੂੰ ਫਿਜ਼ੀਓਲੋਜੀਕਲ ਤੇ ਸਾਈਕੋਲੋਜੀਕਲ ਦੋਨੋਂ ਲੋੜਾਂ ਕਲੀਅਰ ਹੈ, ਰਾਈਟ। ਨੈਕਸਟ ਵੀ ਕਮ ਟੂ ਦੀ ਸੋਸ਼ਲ ਨੀਡਸ, ਰਾਈਟ। ਹੁਣ ਅਸੀਂ ਸਮਾਜ ਵਿੱਚ ਰਹਿੰਦੇ ਹਾਂ, ਇੱਕ ਦਿਨ ਤਾਂ ਐਸਾ ਨਹੀਂ ਹੋਏਗਾ ਕਿ ਕੋਈ ਫੇਰੀ ਟੇਲ ਜਾਦੂ ਕਰੇਗੀ ਤੇ ਸਾਨੂੰ ਸਮਾਜ ਵਿੱਚ ਰਹਿਣਾ ਆ ਜਾਏਗਾ। ਇੱਕ ਕਲਾ ਹੈ ਕਿ ਸਮਾਜ ਵਿੱਚ ਕਿਵੇਂ ਰਹਿਣਾ ਹੈ। ਜੀਵਨ ਦੇ ਹਰ ਰੋਜ਼ ਅਸੀਂ ਸਿੱਖਦੇ ਹਾਂ, ਐਵਰੀ ਡੇ ਵੀ ਲਰਨ ਦਿਸ ਐਂਡ ਹੌਲੀ ਹੌਲੀ ਸਾਡੇ ਵਿੱਚ ਡਿਵੈਲਪ ਹੁੰਦੀ ਹੈ। ਜਦੋਂ ਅਸੀਂ ਗੱਲ ਕਰੀਏ ਬੱਚਿਆਂ ਨੂੰ ਲੈ ਕੇ ਤਾਂ ਕੁਝ ਬੇਸਿਕ 7 ਸੋਸ਼ਲ ਸਕਿੱਲਸ ਹਨ ਜੋ ਹਰ ਬੱਚੇ 'ਚ ਹੋਣੇ ਚਾਹੀਦੇ ਹੈ। ਸ਼ੇਅਰਿੰਗ ਦੇਖੋ ਇੱਕ ਛੋਟੀ ਜਿਹੀ ਗੱਲ ਹੈ ਕਿ ਕਦੇ ਸਾਨੂੰ ਸਿਖਾਉਣੀ ਨਹੀਂ ਪੈਂਦੀ ਸੀ ਕਿਉਂਕਿ ਇੰਡੀਆ ਵਿੱਚ ਅਸੀਂ ਸੁੱਖ ਨਾਲ ਜੁਆਇੰਟ ਫੈਮਿਲੀਜ਼ 'ਚ ਰਹਿੰਦੇ ਸੀ। ਜੋ ਵੱਡੇ ਪਰਿਵਾਰ ਸੀ, ਵੱਡੇ ਪਰਿਵਾਰਾਂ ਵਿੱਚ ਇੰਨੇ ਜੀਅ ਹੁੰਦੇ ਨੇ, ਆਟੋਮੈਟਿਕਲੀ ਤੁਹਾਨੂੰ ਸ਼ੇਅਰਿੰਗ ਕਰਨੀ ਆ ਜਾਂਦੀ ਹੈ। ਤੁਸੀਂ ਇਕੱਲੇ ਤਾਂ ਕੁਝ ਖਾਂਦੇ ਹੀ ਨਹੀਂ, ਜਦੋਂ ਵੀ ਖਾਓਗੇ ਸਾਰੇ ਇਕੱਠੇ ਖਾਣਗੇ, ਜੇ ਟੋਏ ਆਏਗਾ ਤਾਂ ਸਾਰੇ ਬੱਚੇ ਖੇਡਣਗੇ, ਤਾਂ ਉਹ ਸ਼ੇਅਰਿੰਗ ਆ ਜਾਂਦੀ ਹੈ। ਬਟ ਹੁਣ ਜਿਵੇਂ ਜਿਵੇਂ ਸਾਡਾ ਸਮਾਜਿਕ ਢਾਂਚਾ ਬਦਲ ਰਿਹਾ, ਹੁਣ ਅਸੀਂ ਇਕਹਿਰੇ ਪਰਿਵਾਰਾਂ 'ਚ ਰਹਿ ਰਹੇ ਹਾਂ। ਇਕਹਿਰੇ ਪਰਿਵਾਰਾਂ ਵਿੱਚ ਵੀ ਇੱਕ ਇੱਕ ਬੱਚਾ ਹੈ ਜਿੱਥੇ ਉਸ ਬੱਚੇ ਲਈ ਸਾਰਾ ਘਰ ਉਹਦਾ ਆਪਣਾ, ਮਾਂ-ਬਾਪ ਦਾ ਸਾਰਾ ਪਿਆਰ ਉਹਦਾ, ਹਰ ਟੋਏ ਉਹਦਾ ਇਕੱਲੇ ਦਾ, ਉਹਨੂੰ ਸ਼ੇਅਰਿੰਗ ਦੀ ਜਿਹੜੀ ਭਾਵਨਾ ਉਹ ਨਹੀਂ ਆਉਂਦੀ। ਬਟ ਜੇ ਅਸੀਂ ਸ਼ੇਅਰਿੰਗ ਨਹੀਂ ਸਿੱਖਦੇ ਤਾਂ ਅਸੀਂ ਸਮਾਜ ਵਿੱਚ ਨਹੀਂ ਰਹਿ ਸਕਦੇ। ਸ਼ੇਅਰਿੰਗ ਸਾਨੂੰ ਸਮਾਜਿਕ ਵਿੱਚ ਰਹਿਣ ਲਈ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਸੈਕਿੰਡ ਸਕਿੱਲ ਹੈ ਸਹਿਯੋਗ ਦਾ, ਇੱਕ ਦੂਜੇ ਦਾ ਸਹਿਯੋਗ ਕਰਨਾ। ਮੈਨੂੰ ਯਾਦ ਹੈ ਕਿ ਜਦੋਂ ਅਸੀਂ ਬਚਪਨ ਵਿੱਚ ਹੁੰਦੇ ਸੀ ਤਾਂ ਕਾਫੀ ਵਧੀਆ ਢੰਗ ਨਾਲ ਜੋ ਗੁਆਂਢ ਸੀ ਉਹਦੇ ਵਿੱਚ ਇੱਕ ਦੂਜੇ ਦਾ ਪਰਿਵਾਰਕ ਤੌਰ ਤੇ ਸਾਂਝ ਬੜੀ ਡੂੰਘੀ ਹੁੰਦੀ ਸੀ ਤੇ ਸਹਿਯੋਗ ਵੀ ਬਹੁਤ ਡੂੰਘਾ ਹੁੰਦਾ ਸੀ। ਬਟ ਅਗੇਨ ਹੁਣ ਜੋ ਸਾਡਾ ਸੋਸ਼ਲ ਸੈਟਅਪ ਹੈ ਜਿਸ 'ਚ ਅਸੀਂ ਬਹੁਤੀ ਵਾਰ ਸ਼ਹਿਰਾਂ ਵਿੱਚ ਬੁਲਾਉਂਦੇ ਵੀ ਨਹੀਂ ਆਪਣੇ ਗੁਆਂਢੀ ਨੂੰ, ਤਾਂ ਜੋ ਸਹਿਯੋਗ ਕਰਨ ਦੀ ਭਾਵਨਾ ਉਹ ਵੀ ਸਾਡੇ 'ਚ ਹੁਣ ਘੱਟਦੀ ਜਾ ਰਹੀ ਹੈ। ਤਾਂ ਅਸੀਂ ਸੈਲਫ ਸੈਂਟਰਡ ਹੋ ਗਏ ਹਾਂ, ਮੀਨ ਵੀ ਹੋ ਗਏ ਹਾਂ, ਸੈਲਫਿਸ਼ ਵੀ ਹੋ ਗਏ ਹਾਂ। ਇਹਨਾਂ ਚੀਜ਼ਾਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਅਸੀਂ ਬਚਪਨ ਵਿੱਚ ਬੱਚਿਆਂ ਵਿੱਚ ਇਹ ਸਕਿੱਲ ਡਿਵੈਲਪ ਕਰੀਏ। ਸੁਣਨ ਦਾ ਸਕਿੱਲ, ਅਸੀਂ ਬੋਲਣਾ ਸਭ ਜਾਣਦੇ ਹਾਂ, ਸੁਣਨਾ ਨਹੀਂ ਜਾਣਦੇ, ਸੁਣਦੇ ਨਹੀਂ ਕਿਸੇ ਦੀ ਗੱਲ। ਐਂਡ ਜਦੋਂ ਤੱਕ ਅਸੀਂ ਦੂਸਰੇ ਦੀ ਗੱਲ ਨਹੀਂ ਸੁਣਾਂਗੇ ਉਸਨੂੰ ਸਮਝਾਂਗੇ ਕਿਵੇਂ। ਦੂਸਰੀ ਵਾਰ ਸੁਣਨ ਦਾ ਵੀ ਇੱਕ ਕਲਾ ਹੈ, ਢੰਗ ਹੈ। ਕਈ ਵਾਰ ਅਸੀਂ ਸੁਣਦੇ ਹਾਂ, ਵਿਚਾਰ ਤਾਂ ਸਾਡੇ ਮਨ 'ਚ ਪਹਿਲਾਂ ਹੀ ਫਾਈਨਲ ਹੋ ਗਿਆ ਹੁੰਦਾ, ਸੁਣ ਤਾਂ ਅਸੀਂ ਵੈਸੇ ਹੀ ਰਹੇ ਹੁੰਦੇ ਹਾਂ। ਸੁਣ ਕੇ ਵਿਚਾਰ ਬਣਾਉਣਾ ਜ਼ਿਆਦਾ ਜ਼ਰੂਰੀ ਹੈ, ਵਿਚਾਰ ਬਣੇ ਹੋਏ ਲਈ ਸੁਣਨਾ ਜ਼ਰੂਰੀ ਨਹੀਂ ਹੈ। ਸੋ ਇਸ ਤਰ੍ਹਾਂ ਸੁਣਨ ਦਾ ਹੁਨਰ ਹੋਣਾ, ਨਿਰਦੇਸ਼ ਫੋਲੋ ਕਰਨੇ,
ਅਗੇਨ ਜੇ ਤੁਸੀਂ ਸਮਾਜ ਵਿੱਚ ਰਹੋਗੇ ਕੁਝ ਗੱਲਾਂ ਤੁਹਾਨੂੰ ਨਹੀਂ ਪਸੰਦ ਹੋਣਗੀਆਂ, ਪਰ ਸਮਾਜ ਦੇ ਸਮੂਹ ਦੇ ਮੈਂਬਰ ਹੋਣ ਦੇ ਕਾਰਨ ਜਾਂ ਸਮਾਜ ਦੇ ਮੈਂਬਰ ਹੋਣ ਦੇ ਕਾਰਨ ਉਹ ਗੱਲਾਂ ਤੁਹਾਨੂੰ ਮੰਨਣੀਆਂ ਪੈਣਗੀਆਂ। ਪਰ ਮੈਂ ਕਹਾਂਗੀ ਮੈਂ ਇਹਨਾਂ ਡਾਇਰੈਕਸ਼ਨਸ ਨੂੰ ਫੋਲੋ ਹੀ ਨਹੀਂ ਕਰਨਾ। ਤੁਸੀਂ ਰੋਜ਼ ਬਾਗੀ ਨਹੀਂ ਹੋ ਸਕਦੇ, ਰੋਜ਼ ਤੁਸੀਂ ਆਪੋਜੀਸ਼ਨ ਦੇ ਵਿੱਚ ਨਹੀਂ ਬੈਠ ਸਕਦੇ। ਰੋਜ਼ ਜੇ ਤੁਸੀਂ ਇਸ ਤਰ੍ਹਾਂ ਬੈਠੋਗੇ ਤਾਂ ਇਵੈਂਚੁਅਲੀ ਇਕੱਲੇ ਰਹਿ ਜਾਓਗੇ। ਤੁਹਾਨੂੰ ਕੁਝ ਨਿਰਦੇਸ਼ ਟ੍ਰੈਫਿਕ ਰੂਲਸ ਹੈ ਫੋਲੋ ਕਰਨੇ ਪੈਂਦੇ ਆ, ਸਾਨੂੰ ਨਹੀਂ ਫੋਲੋ ਕਰਾਂਗੇ ਤਾਂ ਐਕਸੀਡੈਂਟ ਹੋ ਜਾਊਗਾ ਤੇ ਸੀਰੀਅਸ ਹੈਲਥ ਇਸ਼ੂਜ਼ ਵੀ ਹੋ ਸਕਦੇ ਨੇ। ਕੋਵਿਡ ਦੇ ਵਿੱਚ ਡਾਇਰੈਕਸ਼ਨਸ ਗਵਰਨਮੈਂਟ ਨੇ ਦਿੱਤੀਆਂ, ਸਾਨੂੰ ਫੋਲੋ ਕਰਨੀਆਂ ਪੈਂਦੀਆਂ ਨੇ। ਸੋ ਉਹ ਡਾਇਰੈਕਸ਼ਨਸ ਫੋਲੋ ਕਰਨਾ। then respecting personal space, ਹਰ ਇੱਕ ਬੰਦੇ ਦੀ ਇੱਕ ਆਪਣੀ personal space ਹੈ। ਜਿਵੇਂ ਤੁਸੀਂ ਇਸ ਪਿਕਚਰ ਵਿੱਚ ਦੇਖ ਰਹੇ ਹੋ ਕਿ ਦੋ ਲੋਕ ਖੜੇ ਭਾਵੇਂ ਸੇਮ ਜੈਸਚਰ ਕਰ ਰਹੇ ਹਨ, ਪਰ ਹਰ ਇੱਕ ਦੀ ਇੱਕ ਸਪੇਸ ਆ। ਤੁਸੀਂ ਬੈਂਚ ਤੇ ਬੈਠੇ ਹੋ, ਬੈਂਚ ਤੇ ਦੋ ਬੱਚੇ ਬਹਿੰਦੇ ਨੇ, ਪਰ ਹਰ ਬੱਚੇ ਦੀ ਇੱਕ ਆਪਣੀ ਸਪੇਸ ਹੈ। ਉਸ ਸਪੇਸ ਨੂੰ ਰਿਸਪੈਕਟ ਕਰਨਾ, ਦੂਸਰੇ ਦੀ ਜ਼ਿੰਦਗੀ ਵਿੱਚ ਇੰਨੀ ਦਖਲ ਨਹੀਂ ਦੇਣੀ ਕਿ ਅਸੀਂ ਉਸਦੇ ਲਈ ਜ਼ਿੰਦਗੀ ਘੁਟਨ ਬਣ ਜਾਈਏ। ਸੋ ਉਹ ਰਿਸਪੈਕਟਿੰਗ ਪਰਸਨਲ ਸਪੇਸ। ਮੇਕਿੰਗ ਆਈ ਕੰਟੈਕਟ, ਜਦੋਂ ਕਿਸੇ ਨਾਲ ਗੱਲ ਕਰੋ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰੋ। ਜੇ ਤੁਸੀਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਨਹੀਂ ਕਰਦੇ ਤਾਂ ਸਾਹਮਣੇ ਵਾਲੇ ਨੂੰ ਲੱਗਦਾ ਵੀ ਸ਼ਾਇਦ ਉਹਦੇ ਲਈ ਇੰਪੋਰਟੈਂਟ ਹੀ ਨਹੀਂ ਹੈ, ਰਾਈਟ। ਐਂਡ ਦੈਨ ਆਪਣੇ ਮੈਨਰਸ ਹੋਣਾ। ਇਹ 7 ਬੇਸਿਕ ਸਕਿੱਲਸ ਹਨ ਜੋ ਬੱਚਿਆਂ ਵਿੱਚ ਹੋਣੇ ਬਹੁਤ ਜ਼ਰੂਰੀ ਨੇ ਜੇ ਤੁਸੀਂ ਉਹਨਾਂ ਵਿੱਚ ਸਮਾਜਿਕ ਵਿਕਾਸ ਕਰਨਾ ਹੈ। ਐਂਡ ਉਹਦੀ ਫਿਰ ਸਮਾਜਿਕ ਇੱਕ ਲੋੜ ਕੀ ਹੈ, ਫਿਰ ਇਹ ਤਾਂ ਉਹਦੇ ਸਕਿੱਲਸ ਹੈ ਜੋ ਉਹਦੇ ਵਿੱਚ ਹੋਣੇ ਚਾਹੀਦੇ ਆ। ਸਮਾਜਿਕ ਲੋੜ ਸਾਡੀ ਹੈ ਸੋਸ਼ਲ ਰਿਲੇਸ਼ਨਸ ਨਾਲ ਰਿਲੇਟਡ। ਪਹਿਲਾਂ ਸਮਾਜ ਵਿੱਚ ਰਿਸ਼ਤੇ ਤਾਂ ਹੋਣ, ਕੋਈ ਐਸੇ ਰਿਸ਼ਤੇ ਹੋਣ ਚਾਚੇ ਭੂਆ ਦੇ, ਗੁਆਂਢੀਆਂ ਦੇ, ਸਮਾਜ ਦੇ ਵਿੱਚ ਜਿਹੜੇ ਸੋਸ਼ਲ ਰਿਲੇਸ਼ਨਸ਼ਿਪਸ ਸਾਡੀ ਲਾਈਫ ਨੂੰ ਪੋਜ਼ਿਟਿਵਲੀ ਇਨਫਲੂਐਂਸ ਕਰਨ, ਨੈਗੇਟਿਵ ਇਨਫਲੂਐਂਸ ਲਈ ਨਹੀਂ, ਰੁਕਾਵਟਾਂ ਲਈ ਨਹੀਂ। ਗੁਆਂਢੀ ਸਾਨੂੰ ਇਸ ਲਈ ਨਹੀਂ ਚਾਹੀਦੇ ਕਿ ਉਹ ਸਾਡੇ ਤੇ ਨਿਗਾਹ ਰੱਖਣ, ਬਟ ਉਹ ਇਸ ਲਈ ਚਾਹੀਦੇ ਕਿ ਸਾਡੇ ਦੁੱਖ ਸੁੱਖ ਵਿੱਚ ਸਾਡੇ ਨਾਲ ਖੜੇ ਹੋਣ। ਸੋਸ਼ਲ ਇੰਗੇਜਮੈਂਟ, ਅਗੇਨ ਕੋਈ ਐਸੇ ਉਹ ਤਾਂ ਹੋਣ ਫੰਕਸ਼ਨਸ ਹੋਣ ਜਾਂ ਐਸੇ ਮੌਕੇ ਹੋਣ ਜਿਸ 'ਚ ਅਸੀਂ ਸਮਾਜ ਵਿੱਚ ਵਿਚਰ ਸਕੀਏ, ਚਾਹੇ ਉਹ ਸੈਮੀਨਾਰਾਂ ਦੇ ਰੂਪ ਵਿੱਚ ਹੋਣ, ਚਾਹੇ ਉਹ ਪਾਠ ਦੇ ਰੂਪ ਵਿੱਚ ਹੋਣ, ਚਾਹੇ ਗੁਰਦੁਆਰਾ ਜਾਣ ਦੇ ਰੂਪ ਵਿੱਚ ਹੋਣ, ਚਾਹੇ ਤਿਉਹਾਰ ਮਨਾਉਣ ਦੇ ਰੂਪ ਵਿੱਚ ਹੋਣ, ਪਰ ਜੋ ਸਮਾਜਿਕ ਰੂਪ ਵਿੱਚ ਮੇਲੇ ਹੋਣ ਜਿੱਥੇ ਅਸੀਂ ਸਮਾਜ ਵਿੱਚ ਵਿਚਰੀਏ। ਜਦ ਤੱਕ ਤੁਸੀਂ ਸਮਾਜ ਵਿੱਚ ਵਿਚਰੋਗੇ ਨਹੀਂ ਉਦੋਂ ਤੱਕ ਸਾਨੂੰ ਸਮਾਜਿਕ ਸਮੱਸਿਆਵਾਂ ਵੀ ਸਮਝ ਨਹੀਂ ਆਉਣਗੀਆਂ, ਸਮਾਜ ਦਾ ਰਹਿਣ ਸਹਿਣ ਵੀ ਨਹੀਂ ਆਊਗਾ। ਦੈਨ ਸੈਂਸ ਆਫ ਪਾਵਰ, ਦੇਖੋ ਹਰ ਇੱਕ ਇਨਸਾਨ ਦੇ ਵਿੱਚ, ਭਾਵੇਂ ਅਸੀਂ ਸਮਾਜ ਵਿੱਚ ਰਹਿੰਦੇ ਹੋਈਏ, ਹਰ ਇੱਕ ਇਨਸਾਨ ਨੂੰ ਲੱਗਦਾ ਕਿ ਮੇਰਾ, ਆਪਾਂ ਪਿੱਛੇ ਵੀ ਗੱਲ ਕਰੀਏ ਕਿ ਸੈਲਫ ਅਸਟੀਮ ਹੈ, ਮੇਰੀ ਇੱਕ ਅਸਤਿਤਵ ਹੈ ਐਂਡ ਉਹ ਅਸਤਿਤਵ ਮੈਨੂੰ ਕੁਝ ਤਾਕਤ ਦਿੰਦਾ ਹੈ। ਤਾਂ ਮੇਰਾ ਸਮਾਜ ਵਿੱਚ ਕੋਈ ਰੁਤਬਾ ਹੋਵੇ ਤੇ ਸੋਸ਼ਲ ਪਾਵਰ ਹੋਵੇ, ਇੰਡੀਪੈਂਡੈਂਸ ਵੀ ਹੋਵੇ। ਇਹ ਨਹੀਂ ਕਿ ਅਸੀਂ ਹਰ ਚੀਜ਼, ਅਸੀਂ ਡਾਇਰੈਕਸ਼ਨਸ ਫੋਲੋ ਕਰਨੀ ਹੈ, ਬਟ ਦੈਟ ਡਜ਼ਨਟ ਮੀਨ ਕਿ ਅਸੀਂ ਗੁਲਾਮ ਬਣ ਜਾਣਾ ਹੈ। ਸਾਡੀ ਇੰਡੀਪੈਂਡੈਂਸ ਹੈ, ਪਰਸਨਲ ਹੋਂਦ ਵੀ ਹੈ। ਆਪਾਂ ਕਹਿੰਦੇ ਹਾਂ ਪਰਸਨਲ ਸਪੇਸ ਹੈ ਮੇਰੀ, ਤਾਂ ਮੇਰੀ ਪਰਸਨਲ ਹੋਂਦ ਵੀ ਹੈ। ਮੇਰੇ ਅੰਦਰ ਸਮਾਜਿਕ ਗੁਣਤਾ ਹੋਵੇ, ਸਮਾਜ ਵਿੱਚ ਰਹਿਣ ਦਾ ਗੁਣ ਹੋਵੇ, ਕੰਪੀਟੈਂਸ ਹੋਵੇ, ਰਾਈਟ। then recognition and expression of feelings, ਮੇਰੀਆਂ ਭਾਵਨਾਵਾਂ ਨੂੰ ਪਹਿਚਾਨਿਆ ਜਾਵੇ ਐਂਡ ਫਿਰ ਉਹਨਾਂ ਭਾਵਨਾਵਾਂ ਨੂੰ ਐਕਸਪ੍ਰੈਸ ਕਰਨ ਦੇ ਆਪਣੇ ਕਿਸੇ ਦੂਸਰੇ ਦੇ ਸਾਹਮਣੇ ਪੇਸ਼ ਕਰਨ ਦੇ ਮੌਕੇ ਵੀ ਮਿਲਣ। ਕੰਟਰੋਲ ਹੋਣਾ, ਮੇਰਾ ਸਮਾਜ ਉੱਪਰ ਕੰਟਰੋਲ ਹੋਣਾ, ਸਮਾਜ ਦਾ ਮੇਰੇ ਉੱਤੇ ਵੀ ਹੋਣਾ, ਉਹ ਕੰਟਰੋਲ ਐਗਜ਼ਰਟਿੰਗ ਹੋਣਾ ਵੀ ਜ਼ਰੂਰੀ ਹੈ। ਅਟੈਂਸ਼ਨ ਐਂਡ ਅੰਡਰਸਟੈਂਡਿੰਗ, ਸਾਡੇ ਵੱਲ ਧਿਆਨ ਦਿੱਤਾ ਜਾਵੇ ਤੇ ਸਾਨੂੰ ਸਮਝਿਆ ਵੀ ਜਾਵੇ। ਸਮੇਂ ਨਾਲ ਅੱਜ ਦੇ ਬੱਚੇ ਦੀ ਸਭ ਤੋਂ ਵੱਡੀ ਪ੍ਰੋਬਲਮ ਇਹੀ ਹੈ ਕਿ ਉਹਨੂੰ ਕੋਈ ਸਮਝ ਨਹੀਂ ਰਿਹਾ, ਕਿਉਂਕਿ ਸਮੇਂ ਦਾ ਬਦਲਾਵ ਬਹੁਤ ਵੱਡੇ ਲੈਵਲ ਤੇ ਹੋ ਰਿਹਾ, ਬਹੁਤ ਫਾਸਟ ਲੈਵਲ ਤੇ ਵੀ ਹੋ ਰਿਹਾ। ਅੱਜ ਦੇ ਬੱਚੇ ਨੂੰ ਜੋ ਐਕਸਪੋਜ਼ਰ ਹੈ ਬਹੁਤ ਵੱਡੇ ਪੱਧਰ ਦੇ ਨੇ ਐਂਡ ਉਹਨਾਂ ਐਕਸਪੋਜ਼ਰਸ ਕਰਕੇ ਉਸਦੀ ਜਿਹੜੀ ਸਮਾਜ ਨੂੰ ਵੇਖਣ ਦਾ ਨਜ਼ਰੀਆ ਉਹ ਵੱਡੇ ਲੈਵਲ ਤੇ ਚੇਂਜ ਵੀ ਹੋ ਗਿਆ ਐਂਡ ਉਸਨੂੰ ਸਮਝਿਆ ਨਹੀਂ ਜਾ ਰਿਹਾ। ਐਂਡ ਜੇ ਤੁਸੀਂ ਬੱਚੇ ਨੂੰ ਨਹੀਂ ਸਮਝੋਗੇ, ਉਹ ਐਕਸਪੈਕਟ ਕਰਦਾ ਹੈ ਕਿ ਸਮਾਜ ਉਸਨੂੰ ਸਮਝੇ, ਉਹ ਸਮਝੇ ਕਿ ਸਮਾਂ ਬਦਲ ਗਿਆ ਹੈ ਐਂਡ ਉਸ ਬਦਲਦੇ ਸਮੇਂ ਨਾਲ ਬੱਚੇ ਦਾ ਵੀ ਬਦਲ ਰਿਹਾ ਹੈ। ਸੋ ਉਸ ਬੱਚੇ ਨੂੰ ਜੇ ਨਹੀਂ ਸਮਝਿਆ ਜਾਊਗਾ, ਅਗੇਨ ਉਹ ਬੱਚੇ ਦੀ ਪਰਸਨੈਲਿਟੀ ਨੂੰ ਨੈਗੇਟਿਵਲੀ ਇਨਫਲੂਐਂਸ ਕਰੂਗਾ। ਸਵੈ ਵਰਥ, ਸੈਲਫ ਵਰਥ ਹੋਣਾ, ਮੇਰੀ ਕੋਈ ਵਰਥ ਹੋਵੇ, I have some worth, ਮੇਰਾ ਸਮਾਜ ਵਿੱਚ ਕੋਈ ਇਹ ਨਹੀਂ ਕਿ ਤੁਸੀਂ ਨੈਗਲੈਕਟਡ ਪੋਰਸ਼ਨ ਆਫ ਦਾ ਸੋਸਾਇਟੀ ਬਣ ਗਏ ਜਿਹਨੂੰ ਕੋਈ ਪੁੱਛਦਾ ਹੀ ਨਹੀਂ। ਜੇ ਸਾਡੀ ਸੈਲਫ ਵਰਥ ਨਹੀਂ ਹੋਊਗੀ, ਸਾਨੂੰ ਪਿਆਰ ਨਹੀਂ ਮਿਲੂਗਾ, ਅਗੇਨ ਅਸੀਂ ਇੱਕ ਨੈਗੇਟਿਵ ਪਰਸਨੈਲਿਟੀ ਦਾ ਸ਼ਿਕਾਰ ਹੋ ਜਾਵਾਂਗੇ। ਐਂਡ ਲਾਸਟ ਹੈ ਸੇਫਟੀ ਐਂਡ ਸਿਕਿਉਰਿਟੀ। ਇੰਡੀਆ ਵਰਗੇ ਦੇਸ਼ ਵਿੱਚ ਬਹੁਤ ਜ਼ਰੂਰੀ ਹੋ ਗਿਆ, ਜਿੱਥੇ ਅਸੀਂ ਹੁਣ ਛੋਟੇ ਛੋਟੇ ਗੱਲਾਂ ਤੇ ਲੜਨ ਲੱਗ ਗਏ ਆ ਜਾਂ ਰੇਪ ਹੋ ਰਹੇ ਨੇ ਬਹੁਤ ਜ਼ਿਆਦਾ, ਤਾਂ ਇਸ ਸੋਸਾਇਟੀ ਤੋਂ ਡਰ ਲੱਗਣ ਲੱਗ ਗਿਆ। ਜਿੰਨੇ ਵੱਡੇ ਪੱਧਰ ਤੇ ਸਾਡਾ ਬ੍ਰੇਨ ਹੋ ਰਿਹਾ, ਲੋਕ ਮਾਈਗ੍ਰੇਟ ਕਰ ਰਹੇ ਇਸ ਕੰਟਰੀ ਚੋਂ, ਉਸਦਾ ਇੱਕ ਰੀਜ਼ਨ ਅਸੁਰੱਖਿਅਤ ਮਾਹੌਲ ਵੀ ਹੈ ਜੋ ਉਹ ਮਹਿਸੂਸ ਕਰ ਰਹੇ ਨੇ, ਉਹਨਾਂ ਦੇ ਬੱਚਿਆਂ ਲਈ ਹੈ ਜਾਂ ਉਹਨਾਂ ਦੇ ਖੁਦ ਲਈ ਹੈ। ਉਹ ਅਸੁਰੱਖਿਅਤ ਮਾਹੌਲ ਨਾ ਮਿਲੇ ਬੱਚੇ ਨੂੰ ਲੱਗੇ ਕਿ ਉਹ ਆਪਣੇ ਸਮਾਜ ਵਿੱਚ ਸੁਰੱਖਿਅਤ ਹੈ, ਆਪਣੇ ਸਮਾਜ ਦੇ ਲੋਕਾਂ ਵਿੱਚ ਸੁਰੱਖਿਅਤ ਹੈ, ਇਹ ਉਸਦੀ ਅਗੇਨ ਸੋਸ਼ਲ ਨੀਡ ਹੈ। ਸੋ ਥੀਸ ਆਰ ਬੇਸਿਕਲੀ 8 ਸੋਸ਼ਲ ਨੀਡਸ ਜੋ ਇੱਕ ਛੋਟੇ ਬੱਚੇ ਦੀਆਂ ਰਹਿੰਦੀਆਂ ਹਨ, ਮਤਲਬ ਰਹਿੰਦੀਆਂ ਵੱਡਿਆਂ ਦੀਆਂ ਵੀ ਨੇ, ਬਟ ਬਚਪਨ ਤੋਂ ਸਾਡੇ ਅੰਦਰ ਇਹਨਾਂ ਲੋੜਾਂ ਨੂੰ ਦਾ ਵਿਕਾਸ ਜੋ ਹੋ ਜਾਂਦਾ ਹੈ। Then last we'll discuss the educational needs.
ਨਾ ਵਾਟ ਆਰ ਦੀ ਐਜੂਕੇਸ਼ਨ, ਸਿੱਖਿਆ ਨੂੰ ਲੈ ਕੇ ਸਾਡੀਆਂ ਲੋੜਾਂ ਕੀ ਹੈ। ਹੁਣ ਦੇਖੋ ਇੱਕ ਬੱਚਾ 3 ਸਾਲ ਦਾ ਜਾਂ 5 ਸਾਲ ਦਾ ਬਹੁਤ ਵੱਡੀਆਂ ਸਿੱਖਿਅਕ ਲੋੜਾਂ ਤਾਂ ਆਪਣੇ ਨਾਲ ਲੈ ਕੇ ਨਹੀਂ ਆਊਗਾ, ਬਟ ਉਸਦੇ ਨਾਲ ਨਾਲ ਇਹ ਵੀ ਨਹੀਂ ਹੈ ਕਿ ਉਹਨਾਂ ਨੂੰ ਤੁਸੀਂ ਨਿਗਲੈਕਟ ਕਰ ਦੋਗੇ। ਅੱਜ ਅਸੀਂ ਅਰਲੀ ਚਾਈਲਡਹੁੱਡ ਐਜੂਕੇਸ਼ਨ ਦੀ ਗੱਲ ਹੀ ਸਿਰਫ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਸਾਨੂੰ ਇਹ ਮਹਿਸੂਸ ਹੋਣ ਲੱਗ ਗਿਆ ਕਿ ਇਸ ਏਜ ਦੇ ਵਿੱਚ ਸਿੱਖਿਆ ਨੂੰ ਲੈ ਕੇ ਸ਼ਾਇਦ ਅਸੀਂ ਕਾਫੀ ਵੱਡਾ ਅਣਗਹਿਲੀਪਨ ਕੀਤਾ ਹੈ, ਐਂਡ ਉਸ ਦਾ ਜਿਹੜਾ ਬੱਚੇ ਤੇ ਇਫੈਕਟ ਹੈ ਉਹ ਵੇਖਣ ਨੂੰ ਮਿਲ ਰਿਹਾ ਹੈ। बेस का स्ट्रॉन्ग ना होना, कॉन्सैप्ट्स का वीक होना, फिर बच्चे दी कुछ बेसिक स्किल्स ਉਹਦੇ ਵਿੱਚ ਨਾ ਹੋਣੇ, ਇਸ ਕਾਰਨ ਨੇ ਕਿਉਂਕਿ ਉਹਦੀ अर्ली ਚਾਈਲਡਹੁੱਡ ਐਜੂਕੇਸ਼ਨ ਵੱਲ ਧਿਆਨ ਨਹੀਂ ਦਿੱਤਾ ਗਿਆ। ਬਚਪਨ ਦੇ ਵਿੱਚ ਜਾਂ ਕਿਸੇ ਵੀ ਏਜ ਦੇ ਵਿੱਚ ਆ ਕੇ ਬੱਚੇ ਨੂੰ ਐਜੂਕੇਸ਼ਨ ਦੇ ਪੱਧਰ ਤੇ ਲੈ ਕੇ ਬਹੁਤ ਵੱਡੀ ਲੋੜ ਹੁੰਦੀ ਹੈ ਮੋਟੀਵੇਸ਼ਨ ਦੀ, ਪ੍ਰੇਰਨਾ ਦੀ। ਕਿਉਂਕਿ ਜੇ ਤੁਸੀਂ ਕਿਸੇ ਉਹ ਜੋ ਚਾਹੇ ਅਧਿਆਪਕ ਦੇ ਰੂਪ ਵਿੱਚੋਂ ਮਿਲੇ, ਚਾਹੇ ਕਿਤਾਬਾਂ ਤੋਂ ਮਿਲੇ, ਚਾਹੇ ਪੇਰੈਂਟਸ ਤੋਂ ਮਿਲੇ, ਬਟ ਸਿੱਖਿਆ ਦੇ ਖੇਤਰ ਵਿੱਚ ਪ੍ਰੇਰਨਾ ਦਾ ਬਹੁਤ ਵੱਡਾ ਰੋਲ ਹੈ। ਰਾਈਟ ਮੋਟੀਵੇਸ਼ਨ ਹੀ ਬੱਚੇ ਨੂੰ ਅੱਗੇ ਲੈ ਕੇ ਜਾ ਸਕਦੀ ਹੈ। ਇੱਕ ਗਲਤ ਵਾਕ ਜੋ ਅਧਿਆਪਕ ਵੱਲੋਂ ਬਚਪਨ ਵਿੱਚ ਬੱਚੇ ਲਈ ਬੋਲ ਦਿੱਤਾ ਜਾਵੇ, ਸਾਰੀ ਉਮਰ ਉਹਦੇ ਨਾਲ ਰਹਿੰਦਾ। ਜੇ ਤੁਸੀਂ ਬੱਚੇ ਨੂੰ ਡੀਮੋਟੀਵੇਟ ਕਰ ਦੋਗੇ ਤਾਂ ਬੱਚਾ ਕਦੇ ਉਸ ਡੀਮੋਟੀਵੇਸ਼ਨ ਤੋਂ ਉੱਭਰ ਹੀ ਨਹੀਂ ਪਾਉਂਦਾ। ਉਸਦੇ ਨਾਲ ਨਾਲ ਇੰਗੇਜਮੈਂਟ ਦਾ ਵੀ, ਰੱਬ ਨੇ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ, ਸਾਨੂੰ ਸਭ ਨੂੰ ਕਾਫੀ ਵੱਡੇ ਪੱਧਰ ਤੇ ਕ੍ਰੀਏਟਿਵ ਬਣਾ ਕੇ ਭੇਜਿਆ, ਬਟ ਕਿਉਂਕਿ ਜਿਵੇਂ ਜਿਵੇਂ ਅਸੀਂ ਸਿੱਖਿਆ ਦੇ ਖੇਤਰ ਵਿੱਚ ਆਉਂਦੇ ਹਾਂ ਸਾਨੂੰ ਉਹ ਮੌਕੇ ਹੀ ਨਹੀਂ ਦਿੱਤੇ ਗਏ ਜਿਸ 'ਚ ਅਸੀਂ ਆਪਣੀ ਰਚਨਾਤਮਕਤਾ ਨੂੰ ਬਾਹਰ ਕੱਢ ਸਕੀਏ, ਅੰਗੇਜਮੈਂਟ ਕਰ ਸਕੀਏ। ਐਂਡ ਉਸ ਕਮੀ ਵਿੱਚ ਅੱਜ ਅਸੀਂ ਸਭ ਡਲ ਬਣ ਗਏ। ਫਿਰ ਅਸੀਂ ਗੱਲਾਂ ਕਰਦੇ ਸਾਡੀਆਂ ਕਲਾਸਰੂਮਸ ਡਲ ਨੇ, ਬੱਚੇ ਸਵਾਲ ਨਹੀਂ ਪੁੱਛਦੇ। ਬੱਚੇ ਸਵਾਲ ਤਾਂ ਇਸ ਲਈ ਨਹੀਂ ਪੁੱਛਦੇ ਕਿਉਂਕਿ ਉਹਨਾਂ ਨੂੰ ਸਵਾਲ ਪੁੱਛਣਾ ਹੀ ਨਹੀਂ ਆਉਂਦਾ, ਐਂਡ ਉਹ ਸਵਾਲ ਤਾਂ ਪੁੱਛਣਾ ਆਊਗਾ ਜੋ ਆਪਣੇ ਸਟੱਡੀ ਮਟੀਰੀਅਲ ਨਾਲ ਇੰਗੇਜਮੈਂਟ ਸ਼ੋ ਕਰਨਗੇ। ਸੋ ਬਚਪਨ ਵਿੱਚ ਹੀ ਜ਼ਰੂਰੀ ਹੈ ਕਿ ਅਸੀਂ ਬੱਚੇ ਨੂੰ ਮੌਕੇ ਦੇਈਏ, ਅਡੈਪਟੇਬਿਲਿਟੀ ਦਾ ਮੌਕਾ ਦਈਏ। ਸਾਡਾ ਸਿੱਖਿਆ ਹੈ ਜੋ ਜਾਂ ਸਾਡੀ ਐਜੂਕੇਸ਼ਨ ਹੈ ਜੋ ਬੱਚੇ ਦੀਆਂ ਲੋੜਾਂ ਮੁਤਾਬਕ ਬਦਲੇ। ਹਰ ਬੱਚਾ ਡਿਫਰੈਂਟ ਹੈ। ਜੇ 2 ਬੱਚੇ ਮੇਰੀ ਕਲਾਸ ਵਿੱਚ ਆਉਂਦੇ ਨੇ ਉਹ ਸੇਮ ਨਹੀਂ ਹੈ ਤਾਂ ਉਹਨਾਂ ਲਈ ਸੇਮ ਕਰਿਕੂਲਮ ਕਿਵੇਂ ਸੈੱਟ ਹੋ ਸਕਦਾ, ਉਹਨਾਂ ਲਈ ਸੇਮ ਟੀਚਿੰਗ ਮੈਥਡ ਕਿਵੇਂ ਸੈੱਟ ਹੋ ਸਕਦਾ, ਸੇਮ ਪੇਪਰ ਕਿਵੇਂ ਆ ਸਕਦਾ ਉਹਨਾਂ ਲਈ। ਉਸਦੇ ਵਿੱਚ ਕੁਝ ਅਡੈਪਟੇਬਿਲਿਟੀ ਹੋਣੀ ਚਾਹੀਦੀ ਹੈ ਵਿਅਕਤੀ ਦੀਆਂ ਲੋੜਾਂ ਤੋਂ ਲੈ ਕੇ ਬੱਚੇ ਦੀ ਨੀਡਸ ਨੂੰ ਲੈ ਕੇ, ਰਾਈਟ। ਸੋ ਹਰ ਬੱਚਾ ਭਾਲਦਾ ਵੀ ਅਧਿਆਪਕ ਮੇਰੇ ਮੁਤਾਬਕ ਥੋੜੇ ਜਿਹੇ ਐਗਜ਼ਾਮਪਲ ਡਿਫਰੈਂਟ ਦੇ ਦੇ, ਮੇਰੇ ਮੀਡੀਅਮ ਵਿੱਚ ਪੜ੍ਹਾ ਦੇ, ਮੇਰੇ ਲਈ ਨੋਟਸ ਦੇ ਦੇ, ਮੈਨੂੰ ਮੇਰੇ ਸਵਾਲ ਦਾ ਜਵਾਬ ਮੇਰੇ ਢੰਗ ਵਿੱਚ ਦੇ ਦੇ, ਮੇਰੀ ਐਗਜ਼ਾਮਪਲ ਮੇਰੀ ਕਾਪੀ ਵਿੱਚ ਆ ਕੇ ਕਰੈਕਸ਼ਨਸ ਕਰ ਦੇ। ਸੋ ਉਸ ਤਰ੍ਹਾਂ ਜਿੰਨੇ ਕੁ ਪੱਧਰ ਤੇ ਅਸੀਂ ਅਡੈਪਟੇਬਿਲਿਟੀ ਬੱਚੇ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਕਰ ਸਕਦੇ ਹਾਂ ਉਹ ਕਰਨੀਆਂ ਚਾਹੀਦੀਆਂ। ਪਰਸਨਲ ਬੈਸਟ ਰੂਲਸ, ਐਜੂਕੇਸ਼ਨ ਨੂੰ ਲੈ ਕੇ ਹਰ ਕਿਸੇ ਦੇ ਗੋਲ ਸੇਮ ਨਹੀਂ ਹੋ ਸਕਦੇ। ਮੇਰੇ ਹੱਥ ਦੀਆਂ 5 ਉਂਗਲਾਂ ਸੇਮ ਨਹੀਂ ਹੈ, ਮੇਰੀ ਕਲਾਸ ਵਿੱਚ ਬੈਠੇ 50 ਬੱਚਿਆਂ ਦਾ ਇੱਕੋ ਗੋਲ ਨਹੀਂ ਹੋ ਸਕਦਾ। ਜ਼ਰੂਰੀ ਹੈ ਕਿ ਇੱਕ ਅਧਿਆਪਕ ਦੇ ਰੂਪ ਵਿੱਚ ਤੁਸੀਂ ਹਰ ਬੱਚੇ ਲਈ ਵਿਅਕਤੀਗਤ ਗੋਲਸ ਬਣਾਓ। ਹਰ ਬੱਚਾ ਆਪਣੇ ਨਾਲ ਕੰਪੀਟੀਸ਼ਨ ਲੜੇ, ਮੇਰਾ ਕਿਸੇ ਦੂਸਰੇ ਨਾਲ ਕੰਪੀਟੀਸ਼ਨ ਕਿਉਂ ਹੋਵੇ। ਮੈਂ ਆਪਣੇ ਨਾਲ ਕੰਪੀਟੀਸ਼ਨ ਕਰਾਂ, ਆਪਣੇ ਤੋਂ ਹੀ ਅੱਗੇ ਜਾਵਾਂ, ਮੇਰਾ ਗੋਲ ਮੇਰਾ ਹੋਵੇ, ਦੂਸਰੇ ਦੇ ਨਾਲ ਉਸ ਗੋਲ ਦਾ ਕੋਈ ਲੈਣਾ ਦੇਣਾ ਨਾ ਹੋਵੇ। ਲੋਡ ਰਿਡਕਸ਼ਨ, ਬਹੁਤ ਵੱਡੇ ਪੱਧਰ ਤੇ ਮਨੋਵਿਗਿਆਨੀ ਕਹਿੰਦੇ ਨੇ ਕਿ ਭਾਰੇ ਬਿਸਤਰੇ ਬੱਚੇ ਦੇ ਵਿਕਾਸ ਨੂੰ ਨੈਗੇਟਿਵਲੀ ਇਫੈਕਟ ਕਰਦੇ ਨੇ। ਕਿਉਂ ਅਸੀਂ ਬੱਚਿਆਂ ਨੂੰ ਇੰਨਾ ਹਾਈ ਲੋਡਡ ਕਰਿਕੂਲਮ ਪੜ੍ਹਾ ਰਹੇ ਹਾਂ ਜਿਸ ਦੇ ਵਿੱਚ ਬੱਚੇ ਉਸ ਬਸਤੇ ਦੇ ਭਾਰ ਵਿੱਚ ਦਬੇ ਜਾ ਰਹੇ ਨੇ। ਸੋ ਬੱਚੇ ਦੇ ਲਈ ਜੋ ਸਾਡਾ ਸਿਲੇਬਸ ਹੈ ਕਲਾਸ ਵਿੱਚ, ਕਿੰਨਾ ਟਾਈਮ ਬੱਚੇ ਨੂੰ ਦਿੱਤਾ ਜਾ ਰਿਹਾ ਹੈ, ਕਿੰਨੇ ਟਾਈਮ ਤੱਕ ਸਕੂਲ ਲੱਗ ਰਹੇ ਨੇ। ਦੇਖੋ ਇੱਕ ਸੋਚਣ ਵਾਲੀ ਗੱਲ ਹੈ ਕਿ ਅਸੀਂ ਆਪਣੇ ਸਕੂਲ ਹੈ ਜਿਹੜੇ ਉਹ ਸਵੇਰੇ 7 ਵਜੇ ਲੱਗਦੇ ਨੇ ਜਾਂ 8 ਵਜੇ ਲੱਗਦੇ ਨੇ, ਕਾਲਜ ਯੂਨੀਵਰਸਿਟੀਆਂ 9 ਵਜੇ ਲੱਗਦੀਆਂ, 10 ਵਜੇ ਲੱਗਦੀਆਂ। ਜਿਸ ਉਮਰੇ 'ਚ ਬੱਚਾ ਸਵੇਰੇ ਸਾਜਰੇ ਉੱਠ ਨਹੀਂ ਸਕਦਾ ਉਸ ਉਮਰੇ ਤਾਂ ਉਹ ਜਲਦੀ ਸਕੂਲ ਕਾਲਜ ਜਾ ਰਿਹਾ, ਪਰ ਜਦੋਂ ਉਹ ਗ੍ਰੈਜੂਏਸ਼ਨ ਵਿੱਚ ਆ ਜਾਂਦਾ ਹੈ ਜਾਂ ਹਾਇਰ ਐਜੂਕੇਸ਼ਨ ਵਿੱਚ ਆ ਜਾਂਦਾ, ਜਦੋਂ ਉਮਰ ਦੇ ਉਸ ਪੜਾਅ ਵਿੱਚ ਆ ਜਾਂਦਾ ਹੈ ਜਿੱਥੇ ਉਹ ਸਾਜਰੇ ਉੱਠ ਸਕਦਾ ਹੈ, ਉਹ ਕਾਲਜ ਲੇਟ ਲੱਗ ਰਹੇ ਨੇ। ਅਸੀਂ ਇਸ ਚੀਜ਼ ਬਾਰੇ ਕਿਉਂ ਨਹੀਂ ਸੋਚ ਰਹੇ ਵੀ ਸਾਡੇ ਸਕੂਲ ਹੈ ਜਿਹੜੇ ਉਹ ਲੇਟ ਲੱਗਣ ਤਾਂ ਜੋ ਬੱਚਿਆਂ ਨੂੰ ਬਹੁਤ ਅਰਲੀ ਨਾ ਉੱਠਣਾ ਪਵੇ, ਬੱਸਾਂ ਦੇ ਵਿੱਚ 1-1 ਘੰਟਾ ਨਾ ਘੁੰਮਣਾ ਪਵੇ ਸਕੂਲ ਤੱਕ ਪਹੁੰਚਣ ਲਈ। ਕਿਉਂ ਅਸੀਂ ਹਰ ਨੇੜੇ ਵਧੀਆ ਸਕੂਲ ਨਹੀਂ ਦੇ ਰਹੇ। ਇਹ ਚੀਜ਼ਾਂ ਸਾਨੂੰ ਸੋਚਣ ਦੀ ਲੋੜ ਹੈ ਕਿ ਬੱਚੇ ਦੇ ਵਿੱਚ ਬਹੁਤ ਜ਼ਿਆਦਾ ਅਕੈਡਮਿਕ ਜੋ ਪ੍ਰੈਸ਼ਰ ਹੈ ਉਹ ਨਾ ਹੋਵੇ, ਚਾਹੇ ਉਹ ਸਿਲੇਬਸ ਦੇ ਰੂਪ ਵਿੱਚ ਹੈ, ਸਮੇਂ ਦੇ ਰੂਪ ਵਿੱਚ ਹੈ, ਟੈਸਟ ਦੇ ਰੂਪ ਵਿੱਚ ਹੈ। ਇੰਨੇ ਟੈਸਟ ਬੱਚੇ ਦੇ ਲੈਣ ਦੀ ਸਾਨੂੰ ਲੋੜ ਨਹੀਂ ਹੈ, ਜਾਂ ਚਾਹੇ ਉਹਦਾ ਟਰੈਵਲਿੰਗ ਟਾਈਮ ਹੈ। ਹਰ ਪੱਖੋਂ ਬੱਚੇ ਤੇ ਜੋ ਅਕੈਡਮਿਕ ਪ੍ਰੈਸ਼ਰ ਹੈ ਉਹ ਘੱਟ ਹੋਣਾ ਚਾਹੀਦਾ। ਸਕੂਲ ਬੱਚੇ ਲਈ ਇੰਟਰਪਰਸਨਲ ਰਿਲੇਸ਼ਨਸ਼ਿਪ ਨੂੰ ਡਿਵੈਲਪ ਕਰਨ ਦਾ ਇੱਕ ਸਾਧਨ ਹੋਣੇ ਚਾਹੀਦੇ ਨੇ ਬਹੁਤ ਵੱਡੇ ਲੈਵਲ ਤੇ, ਕਿਉਂਕਿ ਜਦੋਂ ਆਪਾਂ ਸਮਾਜਿਕ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਆਪਣੇ ਘਰ ਤੋਂ ਬਾਹਰ ਨਿਕਲ ਕੇ ਸਭ ਤੋਂ ਪਹਿਲਾਂ ਬੱਚਾ ਜਿੱਥੇ ਰਿਸ਼ਤਿਆਂ ਨੂੰ ਸਮਝਦਾ ਉਹ ਸਕੂਲ ਵਿੱਚ ਸਮਝਦਾ ਹੈ।
ਜਦੋਂ ਸਕੂਲ ਵਿੱਚ ਜਾਂਦਾ ਤਾਂ ਇੱਕਦਮ ਉਸਦੇ ਕੋਈ 20-30 ਸਟੂਡੈਂਟਸ ਦੀ ਕਲਾਸ ਹੁੰਦੀ ਹੈ ਜਿਹਦੇ ਵਿੱਚ ਉਸਨੂੰ ਬੈਠਣਾ ਹੁੰਦਾ ਤਾਂ ਇੱਕ ਟਾਈਮ ਤੇ ਉਹ 30 ਬੰਦਿਆਂ ਨੂੰ ਰੋਜ਼ ਇੰਟਰੈਕਟ ਕਰਦਾ ਹੈ ਐਂਡ ਉਸ ਤਰ੍ਹਾਂ ਉਹਦੇ ਜਿਹੜੇ ਇੰਟਰਪਰਸਨਲ ਰਿਲੇਸ਼ਨਸ਼ਿਪ ਹੈ, ਅੰਤਰ ਵਿਅਕਤੀਗਤ ਜੋ ਰਿਸ਼ਤੇ ਆ ਉਹ ਕਾਫੀ ਵੱਡੇ ਪੱਧਰ ਤੇ ਡਿਵੈਲਪ ਹੁੰਦੇ ਨੇ। ਤੇ ਸਮਾਜਿਕ ਸਪੋਰਟ ਵੀ ਅਸੀਂ ਆਪਣੇ ਬੱਚਿਆਂ ਨੂੰ ਸਿਖਾਈਏ ਕਿ ਇੱਕ ਦੂਜੇ ਦੀ ਸਪੋਰਟ ਕਰਨੀ ਹੈ। ਟੀਵੀ ਦੇ ਉੱਤੇ ਬੜੀਆਂ ਮਸ਼ਹੂਰੀਆਂ ਆਉਂਦੀਆਂ ਨੇ ਜਿੱਥੇ ਇੱਕ ਬੱਚਾ ਟਿਫਨ ਨਹੀਂ ਲੈ ਕੇ ਜਾਂਦਾ ਤਾਂ ਹਰ ਬੱਚਾ ਉਸਨੂੰ ਟਿਫਨ ਦਿੰਦਾ ਹੈ। ਸੋ ਉਸ ਨਾਲ ਇਸ ਤਰ੍ਹਾਂ ਦੀ ਜੋ ਸਮਾਜਿਕ ਸਪੋਰਟ ਹੈ ਸਾਡੇ ਦੁੱਖ ਵਿੱਚ ਤਾਂ ਜੇ ਮੈਂ ਅੱਜ ਐਬਸੈਂਟ ਹਾਂ ਤਾਂ ਮੈਨੂੰ ਪਤਾ ਹੋਵੇ ਕਿ ਮੇਰਾ ਕੋਈ ਫਰੈਂਡ ਹੈ ਜੋ ਮੈਨੂੰ ਹੋਮਵਰਕ ਦੇ ਦੇਗਾ ਜਾਂ ਉਹ ਹੋਮਵਰਕ ਉਹਨੂੰ ਘਰ ਪਹੁੰਚਾ ਦਿੱਤਾ ਜਾਏਗਾ। ਤਾਂ ਬੱਚੇ ਨੂੰ ਇਸ ਤਰ੍ਹਾਂ ਦੀ ਜੋ ਸਮਾਜਿਕ ਸਪੋਰਟ ਆ ਆਪਣੇ ਫਰੈਂਡਸ ਤੋਂ, ਪੇਰੈਂਟਸ ਤੋਂ, ਟੀਚਰਸ ਤੋਂ, ਸਕੂਲ ਪ੍ਰਿੰਸੀਪਲਸ ਤੋਂ ਮਿਲਣੀ again ਉਸਦੀ educational need ਹੈ in the section of education, right? So this is